ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰਤਾਂ ਦਾ ਜੋ ਕਿ ਸਮੇਂ ਦੇ ਵਿੱਚ ਜਾਂ ਸ਼ੁਰੂ ਤੋਂ ਲੈ ਕੇ ਹੀ ਬਹੁਤ ਵਿਲੱਖਣ ਸਥਾਨ ਰਿਹਾ। ਕਹਿੰਦੇ ਨੇ ਕਿ ਇੱਕ ਔਰਤ ਹੀ ਹੁੰਦੀ ਆ ਜਿਹਨੇ ਇੱਕ ਚੰਗਾ ਘਰ ਚਲਾਇਆ ਹੁੰਦਾ ਤੇ ਚੰਗਾ ਸਮਾਜ ਸਿਰਜਣ ਲਈ ਵੀ ਔਰਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ। ਜਿਸ ਜਗ੍ਹਾ ਦੇ ਵਿੱਚ ਔਰਤ ਗਿਆਨਵਾਨ ਵੀ ਹੋਵੇ, ਗਿਆਨ ਲੈ ਕੇ ਸਮਾਜ 'ਚ ਵਿਚਰੇ ਔਰ ਉਹਦੇ ਵਿੱਚ ਇੱਕ ਇਮੋਸ਼ਨਲ ਟੱਚ ਵੀ ਆ ਜਾਂਦਾ ਵਾ, ਉਹ ਇੱਕ ਚੰਗਾ ਪ੍ਰਭਾਵ ਜਿਹੜਾ ਵਾ ਸਮਾਜ ਦੇ ਵਿੱਚ ਛੱਡਦੇ ਨੇ। ਜਿਨ੍ਹਾਂ ਦੀ ਅਗਵਾਈ ਔਰਤਾਂ ਹੀ ਕਰਦੀਆਂ ਵਾ ਉਹਨਾਂ ਦੇ ਨਤੀਜੇ ਵੀ ਬੜੇ ਹਾਂ ਪੱਖੀ ਆਉਂਦੇ ਨੇ। ਅੱਜ ਦੇ ਸਾਡੇ ਵਿਚਾਰ ਵਟਾਂਦਰੇ ਦਾ ਵਿਸ਼ਾ ਵੀ ਔਰਤ ਹੀ ਹੋਊਗਾ। ਪੜ੍ਹੀ ਲਿਖੀ ਔਰਤ ਦਾ ਸਮਾਜ ਦੇ ਵਿੱਚ ਵਿਚਰਨਾ ਤੇ ਸਮਾਜ ਦੀ ਅਗਵਾਈ ਕਰਕੇ ਉਹਦੇ ਨਤੀਜੇ ਲੈਣਾ, ਇਹਦੇ ਇਰਦ ਗਿਰਦ ਹੀ ਅੱਜ ਅਸੀਂ ਵਿਚਾਰ ਵਟਾਂਦਰੇ ਕਰਾਂਗੇ। ਅੱਜ ਸਾਡੇ ਨਾਲ ਨੇ ਮੁੱਖ ਮਹਿਮਾਨ ਨੇ ਸਾਡੇ ਡਾਕਟਰ ਮਨਪ੍ਰੀਤ ਕੌਰ, ਜਿਹੜੇ ਕਿ ਬਹੁਤ ਹੀ ਵਧੀਆ ਸਪੀਕਰ ਨੇ ਔਰ ਜਿਨ੍ਹਾਂ ਦਾ 38 ਸਾਲ ਦਾ ਤਜਰਬਾ ਖਾਲਸਾ ਕਾਲਜ ਫਾਰ ਵੂਮਨ ਨੂੰ ਪੜ੍ਹਾਉਣ ਦਾ ਵਾ ਔਰ ਅੱਜ ਦੇ ਸਮੇਂ ਦੇ ਵਿੱਚ ਖਾਲਸਾ ਕਾਲਜ ਫਾਰ ਵੂਮਨ ਦੀ ਪ੍ਰਿੰਸੀਪਲ ਬਤੌਰ ਅਗਵਾਈ ਕਰ ਰਹੇ ਨੇ। ਵੱਖ-ਵੱਖ ਸੈਮੀਨਾਰਸ ਨੈਸ਼ਨਲ ਇੰਟਰਨੈਸ਼ਨਲ ਉਹਨਾਂ ਦੇ ਵਿੱਚ ਇਹਨਾਂ ਨੇ ਪਰਚੇ ਪੜ੍ਹੇ। ਆਪਣੀਆਂ ਇਹਨਾਂ ਦੀਆਂ ਲਿਖੀਆਂ 6 ਕਿਤਾਬਾਂ ਜੋ ਕਿ ਪਾਠਕਾਂ ਦੇ ਰੂਬਰੂ ਕੀਤੀਆਂ, ਜਿਨ੍ਹਾਂ 'ਚੋਂ ਜ਼ਿਆਦਾ ਦੀ ਤਾਦਾਦ ਔਰਤਾਂ ਦੇ ਨਾਲ ਹੀ ਸੰਬੰਧਿਤ ਵਿਸ਼ੇ ਸਨ। ਹੋਰ ਵੀ ਜਿੱਥੇ ਕਿਤੇ ਡਿਬੇਟ ਹੁੰਦੀ ਆ ਜਾਂ ਕੋਈ ਇਹਨਾਂ ਨੇ ਲੈਕਚਰ ਦੇਣਾ ਹੁੰਦਾ ਵਾ, ਔਰਤਾਂ ਦੇ ਸੰਬੰਧਾਂ ਦੀ ਗੱਲ ਕਿਤੇ ਵੀ ਆਉਂਦੀ ਆ ਤਾਂ ਵੱਧ ਚੜ੍ਹ ਕੇ ਉਸ ਦਾ ਹਿੱਸਾ ਬਣਦੇ ਨੇ। ਬਹੁਤ ਧੰਨਵਾਦ ਮੈਮ, ਤੁਸੀਂ ਸਾਨੂੰ ਸਮਾਂ ਦਿੱਤਾ ਜੀ। ਥੈਂਕ ਯੂ। ਸਾਡੇ ਦੂਸਰੇ ਮਹਿਮਾਨ ਨੇ ਮੈਡਮ ਮਨਬੀਰ ਕੌਰ। ਮੈਡਮ ਮਨਬੀਰ ਕੌਰ ਵੀ ਖਾਲਸਾ ਕਾਲਜ ਫਾਰ ਵੂਮਨ ਦੇ ਵਿੱਚ ਤਕਰੀਬਨ 30 ਸਾਲ ਤੋਂ ਪੜ੍ਹਾ ਰਹੇ ਨੇ ਔਰ ਇਹਨਾਂ ਦੇ ਪੜ੍ਹਾਏ ਬੱਚੇ ਦੇਸ਼ 'ਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਵਧੀਆ ਸਥਾਨ ਬਣਾ ਕੇ ਬੈਠੇ ਨੇ ਔਰ ਚੰਗਾ ਸਮਾਜ ਸਿਰਜ ਰਹੇ ਨੇ। ਮੈਡਮ ਮਨਬੀਰ ਹੋਣਾ ਨੇ ਵੀ ਅਨੇਕਾਂ ਸੈਮੀਨਾਰਸ ਅਟੈਂਡ ਕੀਤੇ, ਅਨੇਕਾਂ ਪਰਚੇ ਪੜ੍ਹੇ ਔਰ ਕਈ ਜਗ੍ਹਾ ਦੇ ਵਿੱਚ ਡਿਬੇਟ ਦੇ ਵਿੱਚ ਵੀ ਇਹਨਾਂ ਨੇ ਹਿੱਸਾ ਲਿਆ, ਸਮਾਜ ਦੇ ਵਿੱਚ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕੀਤੀ। ਸਾਡੇ ਤੀਸਰੇ ਮਹਿਮਾਨ ਨੇ ਪ੍ਰੀਤਿਕਾ ਮੈਮ। ਪ੍ਰੀਤਿਕਾ ਮੈਮ ਹੋਣਾ ਦਾ 17 ਸਾਲ ਦਾ ਪੜ੍ਹਾਉਣ ਦਾ ਤਜਰਬਾ। ਇਹਨਾਂ ਦੇ ਪੜ੍ਹਾਏ ਬੱਚੇ ਬੱਚੀਆਂ ਜਿਹੜੇ ਆ ਬਹੁਤ ਹੀ ਨਾਮਵਰ ਸ਼ਖਸੀਅਤਾਂ ਬਣੇ ਨੇ ਔਰ ਸਮਾਜ ਨੂੰ ਚੰਗੀ ਸੇਧ ਦੇ ਰਹੇ ਨੇ। ਸਾਡੇ ਚੌਥੇ ਮਹਿਮਾਨ ਨੇ ਡਾਕਟਰ ਨਮਿਰਤਾ ਖਹਿਰਾ। ਨਮਿਰਤਾ ਖਹਿਰਾ ਮੈਮ ਵੀ ਪਿਛਲੇ 17 ਸਾਲ ਤੋਂ ਖਾਲਸਾ ਕਾਲਜ ਫਾਰ ਵੂਮਨ ਦੇ ਵਿੱਚ ਤਕਰੀਬਨ ਸੇਵਾਵਾਂ ਦੇ ਰਹੇ ਨੇ। ਚੰਗੇ ਇਹਨਾਂ ਨੇ ਬਹੁਤ ਪ੍ਰਭਾਵੀ ਲੈਕਚਰ ਦਿੱਤੇ ਨੇ, ਸੈਮੀਨਾਰਸ ਅਟੈਂਡ ਕੀਤੇ ਨੇ ਅਤੇ ਸਮਾਜ ਨੂੰ ਵਧੀਆ ਸਿਰਜਣ ਦੀ ਕੋਸ਼ਿਸ਼ ਕੀਤੀ ਆ। ਇਹਨਾਂ ਸਾਰੇ ਮਹਿਮਾਨਾਂ ਦਾ ਇਸ ਸਟੂਡੀਓ ਦੇ ਵਿੱਚ ਪਹੁੰਚਣ ਤੇ ਬਹੁਤ ਜੀ ਆਇਆਂ ਨੂੰ। ਕਿਹਾ ਜਾਂਦਾ ਕਿ ਔਰਤ ਦਾ ਹਰ ਘਰ ਜਾਂ ਸਮਾਜ ਦੇ ਵਿੱਚ ਇੱਕ ਵਿਲੱਖਣ ਸਥਾਨ ਰਹਿੰਦਾ ਵਾ। ਜਦੋਂ ਗਿਆਨ ਔਰਤ ਦੇ ਵਿੱਚ ਆ ਜਾਂਦਾ ਵਾ ਤਾਂ ਉਹ ਕਿੱਦਾਂ ਦਾ ਪ੍ਰਭਾਵ ਸਮਾਜ ਦੇ ਵਿੱਚ ਜਾਂਦਾ ਜੀ? ਗਿਆਨੀ ਹੋਣਾ ਇੱਕ ਸਟੇਜ ਹੈ ਜਿਹੜੀ ਐਜੂਕੇਸ਼ਨ ਦੇ ਥਰੂ ਹੌਲੀ ਹੌਲੀ ਇਵੋਲਵ ਹੁੰਦੀ ਹੈ। ਗਿਆਨੀ ਕੋਈ ਪੈਦਾ ਨਹੀਂ ਹੁੰਦਾ। ਸ਼ਾਇਦ ਇਹੀ ਪਰਪਸ ਸੀਗਾ ਗੁਰੂ ਨਾਨਕ ਸਾਹਿਬ ਦਾ ਵੀ, ਜਦੋਂ ਉਹਨਾਂ ਨੇ ਔਰਤ ਨੂੰ ਇੱਕ ਬਹੁਤ ਉੱਚਾ ਸਥਾਨ ਦਿੱਤਾ, ਕਿਉਂਕਿ ਕ੍ਰੀਏਟਰ ਜਿਹੜੀ ਹੈ ਉਹ ਔਰਤ ਹੈ। ਹਿਊਮਨ ਲਾਈਫ ਇੱਕ ਬਲੈਸਿੰਗ ਹੈ, ਉਹਦੇ 'ਚ ਔਰਤ ਹੋਣਾ ਉਸ ਤੋਂ ਵੀ ਵੱਡੀ ਇੱਕ ਬਲੈਸਿੰਗ ਹੈ, ਕਿਉਂਕਿ ਔਰਤ ਹੋਣ ਦੇ ਨਾਲ ਉਹਦੇ ਨਾਲ ਸਪਿਰਿਚੁਅਲਿਟੀ ਸਾਰੀ ਇੱਕ ਇਨਬੋਰਨ ਜਿਹੜੀ ਉਹਦੇ ਅੰਦਰ ਗਿਆਨ ਹੁੰਦਾ, ਉਹ ਐਜੂਕੇਸ਼ਨ ਦੇ ਥਰੂ ਜਿਹੜਾ ਉਹ ਬਾਹਰ 18ਵੀਂ 19ਵੀਂ ਸਦੀ ਦੇ ਵਿੱਚ ਆਉਣਾ ਸ਼ੁਰੂ ਹੋਇਆ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਔਰਤ ਪਹਿਲੇ ਉਹਦੀ ਕੋਈ ਵਿਲੱਖਣਤਾ ਨਹੀਂ ਸੀ। ਵਿਲੱਖਣਤਾ ਉਹਦੀ ਹਮੇਸ਼ਾ ਰਹੀ ਹੈ, ਸ਼ੁਰੂ ਤੋਂ ਹੀ ਰਹੀ ਵਿਲੱਖਣਤਾ। ਬਿਲਕੁਲ। ਇੱਕ ਜਿਹੜਾ ਕੁਐਸਚਨ ਮੇਰੇ ਦਿਮਾਗ ਵਿੱਚ ਬੜੀ ਵਾਰੀ ਆਉਂਦਾ ਹੁੰਦਾ ਹੈ, ਉਹ ਇਹ ਹੈ ਕਿ ਇੰਨੀ ਇੰਪੋਰਟੈਂਟ ਮੈਂਬਰ ਇਸ ਹਿਊਮੈਨਿਟੀ ਦੇ ਹੋਣ ਦੇ ਬਾਵਜੂਦ ਕਿਉਂ ਸਾਨੂੰ ਅੱਜ ਇਹ ਕਹਿਣਾ ਪੈ ਰਿਹਾ ਕਿ ਔਰਤ ਨੂੰ ਸਥਾਨ ਦਈਏ? ਕਿਉਂਕਿ ਸਥਾਨ ਤਾਂ ਉਹਦਾ ਬਣਿਆ, ਸ਼ਾਇਦ ਸਮਾਜ ਦੀ ਸਟਰਕਚਰ ਜਿਨ੍ਹਾਂ ਨੇ ਬਣਾਈ ਉਹਦੇ 'ਚ ਕੋਈ ਗੜਬੜ ਹੋਈ ਕਿ ਉਹਦਾ ਥੋੜਾ ਜਿਹਾ ਸਥਾਨ ਜਿਹੜਾ ਸੀ ਸਪਿਰਿਚੁਅਲਿਟੀ ਤੋਂ ਇੱਕ ਸੁਪਰੀਮ ਬੀਇੰਗ ਤੋਂ ਥੋੜਾ ਜਿਹਾ ਥੱਲੇ ਆਇਆ, ਜਿਹੜਾ ਕਿ ਹੁਣ 19ਵੀਂ 20ਵੀਂ ਸਦੀ ਦੇ ਵਿੱਚ ਫਿਰ ਬਹਾਲ ਹੋ ਰਿਹਾ। ਪਰ ਉਹਦੇ ਲਈ ਸਟਰਗਲ ਬਹੁਤ ਕਰਨੀ ਪਈ ਔਰ ਐਜੂਕੇਸ਼ਨ ਨੇ ਉਹਦੇ ਵਿੱਚ ਬੜਾ ਇੰਪੋਰਟੈਂਟ ਰੋਲ ਪਲੇ ਕੀਤਾ। ਹਾਂਜੀ, ਜਿਵੇਂ ਮੈਮ ਨੇ ਕਿਹਾ ਉਵੇਂ ਹੀ ਔਰਤ ਕੋਲ ਪਹਿਲਾਂ ਵੀ ਉਹੀ ਸਥਾਨ ਸੀ। ਅਸੀਂ ਇਹ ਨਹੀਂ ਕਹਿ ਸਕਦੇ ਕਿ ਔਰਤ ਪਿੱਛੇ ਸੀ।
ਪਹਿਲਾਂ ਵੀ ਅੱਗੇ ਸੀ, ਹੁਣ ਵੀ ਅੱਗੇ ਹੈ ਤੇ ਅੱਗੇ ਵੀ ਅੱਗੇ ਹੀ ਰਹੇਗੀ, ਕਿਉਂਕਿ ਇੱਕ ਉਹ ਪ੍ਰਕਿਰਤੀ ਹੈ, ਉਹਦੇ ਵਿੱਚ ਸਾਰਾ ਕੁਝ ਹੈ, ਉਹਦੇ ਵਿੱਚ ਡਿਸੀਜਨ ਲੈਣ ਦੀ ਸ਼ਕਤੀ ਹੈ, ਉਹ ਪਲੈਨਿੰਗ ਵਧੀਆ ਕਰ ਸਕਦੀ ਹੈ। ਇਹ ਕਹਿਣਾ ਕਿ ਔਰਤ ਪਿੱਛੇ ਸੀ, ਇਹ ਇੱਕ ਮੂਰਖਤਾ ਭਰੀ ਗੱਲ ਹੈ। ਔਰਤ ਪਹਿਲਾਂ ਵੀ ਅੱਗੇ ਸੀ, ਹੁਣ ਵੀ ਅੱਗੇ ਹੀ ਰਹੇਗੀ, ਹੁਣ ਵੀ ਅੱਗੇ ਹੀ ਰਹੇਗੀ, ਹੈ ਨਾ। ਜਦੋਂ ਅਸੀਂ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ, ਔਰਤ ਦੀ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ, ਤੇ ਸਿੰਪਲ ਲਫ਼ਜ਼ਾਂ ਦੇ ਵਿੱਚ ਉਹਦਾ ਮਤਲਬ ਆਉਂਦਾ ਹੈ ਕਿ ਫਰੀडम ਆਫ ਚੋਇਸ, ਫਰੀडम ਟੂ ਚੂਜ਼ ਇਨ ਐਵਰੀ ਵਾਕ ਆਫ ਲਾਈਫ, ਕਿ ਉਹਨੂੰ ਹਰ ਜਗ੍ਹਾ ਤੇ ਚੂਜ਼ ਕਰਨ ਦਾ ਮੌਕਾ ਮਿਲੇ, ਕਿ ਉਹਨੂੰ ਆਪਣਾ ਕਿਹੜਾ ਕਰੀਅਰ ਚੂਜ਼ ਕਰਨਾ ਉਹਦਾ ਮੌਕਾ ਮਿਲੇ, ਉਹਨੇ ਵਿਆਹ ਕਦੋਂ ਕਰਾਉਣਾ ਉਹਦਾ ਮੌਕਾ ਮਿਲੇ, ਕਿੰਨੇ ਬੱਚੇ ਹੋਣੇ ਨੇ ਉਹਦਾ ਮੌਕਾ ਮਿਲੇ। ਤੇ ਜਿਹੜੀ ਚੋਇਸ ਹੈ, ਇਹ ਚੋਇਸ ਆਉਂਦੀ ਹੈ ਫਾਈਨੈਂਸ਼ੀਅਲ ਇੰਡੀਪੈਂਡੈਂਸ ਦੇ ਨਾਲ। ਜਿਹੜੀ ਚੋਇਸ ਆਉਂਦੀ ਹੈ ਉਹ ਫਾਈਨੈਂਸ਼ੀਅਲ ਇੰਡੀਪੈਂਡੈਂਸ ਨਾਲ ਆਉਂਦੀ ਹੈ, ਤੇ ਫਾਈਨੈਂਸ਼ੀਅਲ ਇੰਡੀਪੈਂਡੈਂਸ ਆਉਂਦੀ ਹੈ ਐਜੂਕੇਸ਼ਨ ਦੇ ਨਾਲ। ਐਜੂਕੇਸ਼ਨ ਦੇ ਨਾਲ 1968 ਦੇ ਵਿੱਚ ਤਕਰੀਬਨ ਖਾਲਸਾ ਕਾਲਜ ਫਾਰ ਵੂਮਨ ਬਣਿਆ। ਉਦੋਂ ਬਹੁਤ ਘੱਟ ਲੋਕ ਸੀਗੇ ਜਿਹੜੇ ਬੱਚੀਆਂ ਨੂੰ ਪੜ੍ਹਾਉਂਦੇ ਹੁੰਦੇ ਸੀਗੇ। ਕਿੱਦਾਂ ਉਹ ਉਹਨਾਂ ਨੂੰ ਮੋਟੀਵੇਟ ਕਰਕੇ ਤੁਸੀਂ ਕਾਲਜ ਤੱਕ ਲੈ ਕੇ ਆਏ ਤੁਹਾਡੀਆਂ ਸੰਸਥਾਵਾਂ? ਹਾਂਜੀ ਬਿਲਕੁਲ ਇਹੀ ਗੱਲ ਹੈ ਕਿ ਪਹਿਲੇ ਵੂਮਨ ਜੇ ਮੰਨਿਆ ਜਾਂਦਾ ਸੀ ਕਿ ਥੋੜੀ ਪਿੱਛੇ ਹੈ, ਤਾਂ ਰੀਜ਼ਨ ਉਹਦਾ ਇਹ ਸੀ ਕਿ ਉਹਨੂੰ ਐਜੂਕੇਸ਼ਨ ਦੀ ਜਿਹੜੀ ਹੈ ਓਪਰਚੁਨਿਟੀਜ਼ ਹੋਣੀਆਂ ਨਹੀਂ ਸੀ ਮਿਲਦੀਆਂ। ਜੇ ਕਿਸੇ ਘਰ ਵਿੱਚ ਆਪਸ਼ਨ ਹੁੰਦੀ ਸੀ ਕਿ ਇੱਕ ਬੱਚੇ ਨੂੰ ਪੜ੍ਹਾਉਣਾ, ਤੇ ਪਹਿਲੇ ਉਹ ਮੇਲ ਚਾਈਲਡ ਨੂੰ ਹੀ ਪ੍ਰਾਇੋਰਟੀ ਦਿੰਦੇ ਸੀਗੇ ਕਿ ਅਸੀਂ ਮੇਲ ਚਾਈਲਡ ਨੂੰ ਸਕੂਲ ਭੇਜੀਏ। ਬਟ ਹੁਣ ਸਲੋਲੀ ਵਿਦ ਟਾਈਮ, ਹੁਣ ਇਨ ਦਾ ਰੀਸੈਂਟ ਈਅਰਸ ਕਾਫੀ ਇਹ ਚੇਂਜ ਆ ਗਈ ਹੈ ਬਹੁਤ ਵੱਡੀ, ਕਿ ਸਾਰੀ ਜਿਹੜੀ ਐਜੂਕੇਸ਼ਨ ਦੀ ਇੰਪੋਰਟੈਂਸ ਸਾਰੇ ਲੋਕਾਂ ਵਿੱਚ ਅਵੇਅਰਨੈਸ ਆ ਗਈ ਹੈ, ਤੇ ਫੀਮੇਲ ਚਾਈਲਡ ਨੂੰ ਵੀ ਲੋਕ ਸਾਰੇ ਸਕੂਲ ਭੇਜ ਰਹੇ ਆ ਕਿ ਇਹਨੇ ਜਿਹੜੀ ਐਜੂਕੇਸ਼ਨ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦੇ ਰਿਹਾ, ਬਿਕੋਜ਼ ਐਜੂਕੇਸ਼ਨ ਤੋਂ ਬਿਨਾ ਐਮਪਾਵਰਮੈਂਟ ਪੋਸੀਬਲ ਨਹੀਂ ਹੈ। ਐਮਪਾਵਰਮੈਂਟ ਆਣੀ ਹੈ ਰਾਈਟ ਅਵੇਅਰਨੈਸ ਨਾਲ, ਨੋਟ ਕਿ ਅਸੀਂ ਕਿਸੇ ਤੋਂ ਕੁਝ ਖੋਣਾ ਨਹੀਂ ਹੈ, ਹਾਂ ਰਾਈਟ ਕਾਈਂਡ ਆਫ ਅਵੇਅਰਨੈਸ ਆਣੀ ਹੈ ਉਹ ਐਜੂਕੇਸ਼ਨ, ਕੁਆਲਿਟੀ ਐਜੂਕੇਸ਼ਨ ਨਾਲ। ਸੋ ਉਹੀ ਸਾਰੀਆਂ ਐਫਰਟਸ ਹੋਣੀਆਂ ਚਾਹੀਦੀਆਂ। ਵੂਮਨ ਦੀ ਜੇ ਗੱਲ ਕਰੀਏ ਤੇ 80 ਸਟੂਡੈਂਟਸ ਤੋਂ 80 ਕੁੜੀਆਂ ਤੋਂ ਸ਼ੁਰੂ ਕੀਤਾ ਸੀ। ਇਹਦਾ ਮਤਲਬ ਇਹ ਹੋਇਆ ਕਿ 80 ਲੜਕੀਆਂ ਉਦੋਂ ਬਾਹਰ ਨਿਕਲਦੀਆਂ ਬਾਹਰ ਆਈਆਂ ਸੀ ਸ਼ੁਰੂ ਦੇ ਵਿੱਚ। ਜਦੋਂ 1968 ਵਿੱਚ ਸ਼ੁਰੂ ਹੋਇਆ ਸਾਡਾ ਕਾਲਜ ਨੂੰ ਬਣਾਉਣ ਦਾ ਮਕਸਦ ਹੀ ਇਹ ਸੀ ਕਿ ਪਹਿਲਾਂ ਮੇਲ ਓਰੀਐਂਟਡ ਸੁਸਾਇਟੀ ਸੀ। ਮੇਲ ਓਰੀਐਂਟਡ ਸੁਸਾਇਟੀ ਹੋਣ ਕਰਕੇ ਸਿਰਫ ਆਦਮੀ ਲੜਕਾ ਉਹਨੂੰ ਹੀ ਪੜ੍ਹਾਉਣਾ ਹੈ, ਪਰ ਸਾਡੇ ਬਜ਼ੁਰਗਾਂ ਨੇ, ਸਾਡੇ ਜਿਹੜੇ ਸੰਸਥਾਪਕ ਨੇ, ਉਹਨਾਂ ਨੇ ਇਹ ਇੱਕ ਸੋਚ ਲਿਆਂਦੀ ਕਿ ਵੂਮਨ ਨੂੰ ਅੱਗੇ ਲਿਆਉਣਾ ਹੈ ਕਿਸੇ ਤਰ੍ਹਾਂ। ਵੂਮਨ ਨੂੰ ਅੱਗੇ ਲਿਆਉਣ ਲਈ ਉਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਕੋਈ ਇਸ ਤਰ੍ਹਾਂ ਦੇ ਕੋਰਸਿਸ ਸ਼ੁਰੂ ਕੀਤੇ ਜਾਣ, ਕੁਝ ਨਿਕਾਲਿਆ ਜਾਵੇ ਤਾਂ ਕਿ ਔਰਤਾਂ ਬਾਹਰ ਨਿਕਲਣ। 80 ਸਟੂਡੈਂਟਸ ਤੋਂ ਜੇ ਸ਼ੁਰੂ ਹੋ ਕੇ ਅੱਜ ਹਜ਼ਾਰਾਂ ਦੀ ਗਿਣਤੀ ਤੱਕ ਪਹੁੰਚਿਆ, ਇਹਦਾ ਮਤਲਬ ਹੈ ਕਿ ਸਾਡੇ ਕਾਲਜ ਵਿੱਚ ਬਹੁਤ ਸਾਰੀ ਅੱਛੀ ਸਕਿੱਲ, ਅੱਛੇ ਕੋਰਸਿਸ ਜਾਂ ਬਹੁਤ ਕੁਝ ਦਿੱਤਾ ਜਾ ਰਿਹਾ। ਜਾਂ ਉਵੇਂ ਵੀ ਲਈਏ ਤੇ ਸਮਾਜ ਵਿੱਚ ਔਰਤਾਂ ਨੂੰ ਪਹਿਲਾਂ ਪੜ੍ਹਨ ਦਾ ਇੰਨਾ ਮੌਕਾ ਨਹੀਂ ਮਿਲਦਾ ਸੀ। ਧੀਰੇ ਧੀਰੇ ਉਹਨਾਂ ਨੇ ਬਾਹਰ ਨਿਕਲਣਾ ਸ਼ੁਰੂ ਕੀਤਾ ਤੇ ਸਟਰੈਂਥ ਵੱਧਦੀ ਗਈ। ਬੜਾ ਪੁਰਾਣਾ ਪ੍ਰਵਰਬ ਹੈ, ਉਹ ਕਹਿੰਦੇ ਨੇ ਇਫ ਯੂ ਐਜੂਕੇਟ ਅ ਮੈਨ ਯੂ ਐਜੂਕੇਟ ਐਨ ਇੰਡੀਵਿਜੂਅਲ, ਇਫ ਯੂ ਐਜੂਕੇਟ ਅ ਵੂਮਨ ਯੂ ਐਜੂਕੇਟ ਅ ਨੇਸ਼ਨ। ਤੇ ਉਹੀ ਗੱਲ ਹੈ ਕਿ ਨੇਸ਼ਨ ਬਿਲਡਿੰਗ ਲਈ ਐਜੂਕੇਸ਼ਨ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਸੋਸ਼ੋ ਕਲਚਰਲ ਅਪਲਿਫਟਮੈਂਟ ਹੋਏਗੀ, ਉਹਨਾਂ ਦੀ ਇਨਕਮ ਹੋਏਗੀ, ਫਰੀडम ਆਏਗੀ, ਜੀਡੀਪੀ 'ਚ ਕੰਟਰੀਬਿਊਟ ਕਰਨਗੇ, ਜੀਡੀਪੀ 'ਚ ਕੰਟਰੀਬਿਊਸ਼ਨ ਹੋਏਗੀ, ਸੋਸ਼ਲ ਤੇ ਕਲਚਰਲ ਅਪਲਿਫਟਮੈਂਟ ਹੋਏਗੀ, ਕੁਆਲਿਟੀ ਆਫ ਲਾਈਫ ਵੀ ਬਦਲ ਜਾਏਗੀ, ਕੁਆਲਿਟੀ ਆਫ ਲਾਈਫ, ਸਟੈਂਡਰਡ ਆਫ ਲਿਵਿੰਗ ਜਿਹੜਾ ਉਹ ਵਧੇਗਾ। ਵੈਸੇ ਅਜੇ ਪਾਸ ਸਰ ਮੈਂ ਕਦੇ ਇਹ ਵੀ ਗੱਲ ਸੋਚਦੀ ਹੁੰਨੀ, ਕਿਉਂਕਿ ਮੈਂ ਲਿਟਰੇਚਰ ਦੀ ਸਟੂਡੈਂਟ ਆ, ਤੇ ਮੈਂ ਸੋਚਦੀ ਹੁੰਨੀ ਕਿ ਜਿੰਨੀਆਂ ਦੇਵੀਆਂ ਨੇ, ਮੈਕਸਿਮਮ ਦੇਵੀਆਂ ਨੇ, ਦੇ ਆਰ ਆਲ ਆਫ ਕੋਰਸ ਵੂਮਨ, ਹੈ ਨਾ। ਇਹ ਸਿਰਫ ਹਿੰਦੂ ਮਾਈਥੋਲੋਜੀ 'ਚ ਹੀ ਨਹੀਂ ਹੈ, ਈਵਨ ਕ੍ਰਿਸਚੀਅਨਿਟੀ ਦੇ ਵਿੱਚ, ਈਵਨ ਇਸਲਾਮ ਦੇ ਵਿੱਚ ਵੀ ਔਰਤ ਨੂੰ ਬੜਾ ਉੱਚਾ ਸਥਾਨ ਮਿਲਿਆ ਹੋਇਆ। ਅਗਰ ਮੁਹੰਮਦ ਸਾਹਿਬ ਜਾਂ ਗੁਰੂ ਨਾਨਕ ਸਾਹਿਬ ਜਾਂ ਕੋਈ ਹੋਰ ਵੀ ਗੁਰੂ ਅੱਗੇ ਆਇਆ, ਉਹਦੇ ਪਿੱਛੇ ਔਰਤ ਦਾ ਹੱਥ ਸੀਗਾ, ਹੈ ਨਾ। ਸੋ ਪਤਾ ਨਹੀਂ ਕਿਉਂ ਇਹ ਇੱਕ ਮਾਈਂਡ ਸੈਟ ਬਣਾ ਦਿੱਤਾ ਗਿਆ ਕਿ ਔਰਤ ਇਜ਼ ਸੈਕੰਡਰੀ, ਮੇਲ ਇਜ਼ ਪ੍ਰਾਇਮਰੀ। ਸੋ ਉਹ ਹੌਲੀ ਹੌਲੀ ਖਤਮ ਹੋ ਰਿਹਾ। ਮੈਂ ਤਾਂ ਕਹਿੰਦੀ ਕਿ ਨਾ ਉਹ ਪ੍ਰਾਇਮਰੀ ਹੈ, ਨਾ ਉਹ ਸੈਕੰਡਰੀ ਹੈ, ਨਾ ਉਹ ਸੈਕੰਡਰੀ ਹੈ, ਨਾ ਉਹ ਪ੍ਰਾਇਮਰੀ। ਸੋ ਦੋਵਾਂ ਦੀ, ਔਰ ਕਈ ਪਰਿਵਾਰ ਚੱਲ ਵੀ ਰਹੇ ਨੇ, ਔਰ ਦੋਨੇ ਬਰਾਬਰ ਚੱਲਣੇ ਚਾਹੀਦੇ ਆ, ਬਿਨਾਂ ਅਵੇਅਰ ਹੋਏ ਕਿ ਮੈਂ ਕੁੜੀ ਆ ਤੇ ਇਹ ਮੁੰਡਾ। ਇਹ ਅਵੇਅਰਨੈਸ ਹੀ ਨਹੀਂ ਹੋਣੀ, ਜੈਂਡਰ ਦੀ ਅਵੇਅਰਨੈਸ ਨਹੀਂ ਹੋਣੀ ਚਾਹੀਦੀ ਫॉर ਲਿਵਿੰਗ ਦਿਸ ਲਾਈਫ ਫਰੂਟਫੁਲੀ। ਬਿਲਕੁਲ ਠੀਕ ਹੈ ਮੈਡਮ। ਜ਼ਿੰਦਗੀ ਦੀ ਕਹਿ ਲੋ ਜਾਂ ਦੁਨੀਆ ਦੀ ਗੱਡੀ ਚੱਲਣ ਲਈ ਦੋਨੋਂ ਪਹੀਏ ਬਰਾਬਰ ਚੱਲਣਗੇ। ਔਰ 40% ਸਾਡੀ ਜਿਹੜੀ ਪੋਪੂਲੇਸ਼ਨ ਹੈ, 50% ਪੋਪੂਲੇਸ਼ਨ ਔਰਤਾਂ ਦੀ ਹੈ। ਅਸੀਂ ਉਹਨਾਂ ਨੂੰ ਪਿੱਛੇ ਰੱਖ ਕੇ ਨਹੀਂ ਚੱਲ ਸਕਦੇ, ਸਾਡਾ ਸਮਾਜ ਅੱਗੇ ਨਹੀਂ ਵੱਧ ਸਕਦਾ। 50% ਪੋਪੂਲੇਸ਼ਨ ਨੂੰ ਜੇ ਅਸੀਂ ਪਿੱਛੇ ਛੱਡ ਦਾਂਗੇ ਤੇ ਕਿਵੇਂ ਅਸੀਂ ਸੋਚ ਸਕਨੇ ਆ ਕਿ ਸਾਡਾ ਸਮਾਜ ਅੱਗੇ ਵਧੇਗਾ। ਔਰ ਕੋਈ ਵੀ ਔਰਤ ਐਸੀ ਨਹੀਂ ਹੈ ਜਿਹੜੀ ਆਪਣੇ ਆਪ ਨੂੰ ਆਪਣੀਆਂ ਰਿਸਪੌਂਸਿਬਿਲਿਟੀਜ਼ ਤੋਂ ਡਿਸਕਨੈਕਟ ਕਰਨਾ ਚਾਹੁੰਦੀ ਹੈ। ਉਹ ਆਪਣੀਆਂ ਰਿਸਪੌਂਸਿਬਿਲਿਟੀਜ਼ ਵੀ, ਟ੍ਰੈਡੀਸ਼ਨਲ ਵੈਲਿਊਜ਼ ਵੀ, ਸਭ ਨੂੰ ਪ੍ਰੀਜ਼ਰਵ ਕਰਦੀ ਹੈ, ਫਿਰ ਵੀ
ਬਾਵਜੂਦ ਇੰਨੀਆਂ ਆਬਸਟੀਕਲਸ ਦੇ ਅੱਗੇ ਵੱਧਦੀ ਜਾਂਦੀ ਹੈ। ਸੋ ਮੇਰਾ ਤਾਂ ਹਮੇਸ਼ਾ ਸਲਾਮ ਰਹਿੰਦਾ ਹੈ ਔਰਤ ਜਾਤ ਨੂੰ। ਬਿਲਕੁਲ ਟੈਲੈਂਟ ਜਾਂ ਕੁਆਲਿਟੀਆਂ ਦੀ ਕੋਈ ਕਮੀ ਨਹੀਂ ਹੈ ਔਰਤ ਸਿਰਫ ਤੇ ਸਿਰਫ ਜਿਹੜੀ ਦੇ ਵਰ ਡਿਪਰਾਈਵਡ ਆਫ ਐਜੂਕੇਸ਼ਨ ਉਹ ਹੁਣ ਟਾਈਮ ਨਾਲ ਚੇਂਜ ਆ ਰਹੀ ਹੈ ਤੇ ਮੇਰਾ ਖਿਆਲ ਐਜੂਕੇਟਿਡ ਮਾਈਂਡ ਹੀ ਮੈਂ ਕਹਿ ਸਕਦੀ ਹਾਂ ਇਟ ਇਜ਼ ਅ ਪ੍ਰੋਸੈਸਡ ਮਾਈਂਡ ਤੇ ਉਹਦੇ ਨਾਲ ਹੀ ਸਾਡੀ ਸੁਸਾਇਟੀ ਦੀ ਗਰੋਥ ਹੋਏਗੀ ਜੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਫੀਮੇਲ ਐਜੂਕੇਸ਼ਨ ਵੱਲ ਫੋਕਸ ਕਰਾਂਗੇ। ਇਹ ਸਮੇਂ ਦੀ ਮੰਗ ਹੈ, ਸਮੇਂ ਦੀ ਮੰਗ ਆ। ਔਰ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਵਾ ਔਰਤਾਂ ਅੱਗੇ ਵੀ ਆ ਰਹੀਆਂ ਵਾ। ਆਪਾਂ ਦੇਖਦੇ ਆ ਹਰ ਫੀਲਡ ਦੇ ਵਿੱਚ ਚਾਹੇ ਕੋਈ ਚੰਗਾ ਆਫੀਸਰ ਆ ਜਾਂ ਕੋਈ ਸੋਸ਼ਲ ਵਰਕਰ ਆ ਜਾਂ ਕੋਈ ਪੋਲਿਟਿਕਸ ਆ ਤਾਂ ਚੰਗਾ ਸਥਾਨ ਹਾਸਲ ਕੀਤੇ ਨੇ ਔਰਤਾਂ ਨੇ। ਬਿਲਕੁਲ ਬਿਲਕੁਲ। ਔਰ ਕਈ ਦੇਸ਼ਾਂ ਦੀ ਤੇ ਅਗਵਾਈ ਵੀ ਕਰ ਰਹੀਆਂ ਨੇ ਔਰਤਾਂ। ਮੈਂ ਔਰ ਉਹ ਦੇਸ਼ ਜ਼ਿਆਦਾ ਤਰੱਕੀ ਕਰ ਰਹੇ ਨੇ, ਉਹ ਜ਼ਿਆਦਾ ਤਰੱਕੀ ਔਰ ਜ਼ਿਆਦਾ ਪਲੈਨਿੰਗ ਹੈ, ਜ਼ਿਆਦਾ ਤਰੱਕੀ ਕਰ ਰਹੇ ਨੇ। ਅਗਰ ਕਿਉਂਕਿ ਸਾਡੇ ਕੋਲ ਸਾਰਾ ਯੂਥ ਆ ਰਿਹਾ, ਯੰਗ ਗਰਲਸ ਆ ਰਹੀਆਂ, ਕਈ ਵਾਰੀ ਮੈਂ ਉਹਨਾਂ ਨੂੰ ਪੁੱਛਦੀ ਹਾਂ ਕਿ ਆਰ ਯੂ ਅਵੇਅਰ ਕਿ ਆ ਤੇਰਾ ਟੀਚਰ ਜਿਹੜਾ ਇਹ ਔਰਤ ਨਹੀਂ ਹੈ, ਬੰਦਾ ਹੈ, ਜਾਂ ਡਾਕਟਰ ਜਿਹਦੇ ਕੋਲ ਤੁਸੀਂ ਜਾ ਰਹੇ ਹੋ ਬੰਦਾ ਹੈ? ਕਹਿੰਦੇ ਨੋ ਮੈਮ, ਵੀ ਆਰ ਨਾਟ ਅਵੇਅਰ ਆਫ ਆਲ ਦਿਸ। ਸੋ ਉਹ ਸਟੇਜ ਓਵਰਕਮ ਕਰ ਚੁੱਕੀਆਂ। ਇਹਦਾ ਮਤਲਬ ਹੈ ਕਿ ਉਹ ਸਟੇਜ ਅਗਰ ਓਵਰਕਮ ਕਰ ਚੁੱਕੀਆਂ ਨੇ ਤੇ ਅੱਗੇ ਉਹ ਹੋਰ ਬਹੁਤ ਸਕਸੈਸਫੁਲ ਜਾਣਗੀਆਂ ਜ਼ਿੰਦਗੀ ਨੂੰ ਚੰਗਾ ਬਣਾਉਣ ਵਾਸਤੇ, ਜ਼ਿੰਦਗੀ ਨੂੰ ਮਾੜਾ ਬਣਾਉਣ ਵਾਸਤੇ ਨਹੀਂ। ਮੈਂ ਤਾਂ ਇਹ ਵੀ ਕਹਿੰਦੀ ਹੁੰਦੀ ਕਿ ਜਿਹੜੀਆਂ ਕੰਟਰੀਜ਼ ਦੇ ਵਿੱਚ ਮਾੜੇ ਹਾਲ ਹੈ, ਹੋ ਸਕਦਾ ਕਿਸੇ ਕੈਪੇਬਲ ਔਰਤ ਨੂੰ ਉਹਦੀ ਕਮਾਂਡ ਦੇ ਦਿੱਤੀ ਜਾਵੇ ਤੇ ਹੋ ਸਕਦਾ ਕੰਟਰੀਜ਼ ਦਾ ਹਾਲ ਜਿਹੜਾ ਉਹ ਸੁਧਰ ਸਕਦਾ। ਜ਼ਿੰਦਗੀ ਦੇ ਵਿੱਚ ਮੈਮ ਇੱਕ ਬੜਾ ਸਪੀਡ ਦੇ ਨਾਲ ਬਦਲਾਅ ਆਉਂਦਾ ਜਾ ਰਿਹਾ ਵਾ ਔਰ ਜ਼ਿਆਦਾ ਤਦਾਰ ਵੇਖਣ ਨੂੰ ਇਹੀ ਮਿਲ ਰਹੀ ਹੈ ਕਿ ਚਾਹੇ ਐਜੂਕੇਸ਼ਨ ਲਾਈਨ ਦੇ ਨਤੀਜੇ ਲਾ ਲਓ ਜਾਂ ਹੋਰ ਵੀ ਲੜਕਿਆਂ ਨੂੰ ਕਿਤੇ ਨਾ ਕਿਤੇ ਓਵਰਟੇਕ ਕਰਦੀਆਂ ਨਜ਼ਰ ਆਉਣ ਰਹੀਆਂ ਵਾ। ਬਿਲਕੁਲ ਬਿਲਕੁਲ ਠੀਕ ਹੈ। ਓਵਰਟੇਕ ਕਰ ਰਹੀਆਂ ਨੇ, ਕਰ ਵੀ ਜਾਣਗੀਆਂ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਿਸੇ ਕੰਪੀਟੀਸ਼ਨ ਚ ਵੀ ਆਰ ਨਾਟ ਇਨਟੂ ਐਨੀ ਕੰਪੀਟੀਸ਼ਨ। ਵੀ ਜਸਟ ਵਾਂਟ ਟੂ ਇੰਪਰੂਵ ਦ ਕੁਆਲਿਟੀ ਆਫ ਲਾਈਫ ਐਂਡ ਬੀ ਰਿਕਗਨਾਈਜ਼ਡ ਐਂਡ ਵੀ ਸ਼ੁੱਡ ਬੀ ਅਵੇਅਰ ਆਫ ਆਰ ਓਨ ਵਰਚੂਜ਼ ਆਲਸੋ। ਇਹ ਨਹੀਂ ਕਿ ਤੁਸੀਂ ਉਹਨਾਂ ਨੂੰ ਦਬਾ ਦਿਓ, ਜੋ ਸਾਡੇ ਗੁਣ ਹੈ ਉਹ ਸੋ ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਪਿੱਛੇ ਛੱਡਣਾ ਹੈ ਜਾਂ ਅਸੀਂ ਅੱਗੇ ਆਣਾ ਹੈ, ਉਹ ਨਹੀਂ ਹੈ। ਇੰਡੀਵਿਜੂਅਲ ਆਏ ਸਾਰਿਆਂ ਦਾ ਕਿ ਉਹਦੀ ਗਰੋਥ ਕੀ ਜ਼ਿੰਦਗੀ ਚੰਗੀ ਤਰ੍ਹਾਂ ਚੱਲਦੀ ਇੱਕ ਪੜ੍ਹਾਈ ਦੀ ਗੱਲ ਕਰੀਏ। ਬਸ ਇਹ ਹੈ ਕਿ ਥੋੜਾ ਲੇਟ ਮੌਕਾ ਮਿਲਿਆ ਤੇ ਥੋੜਾ ਉਹਨਾਂ ਨੂੰ ਜ਼ਿਆਦਾ ਅੱਗੇ ਵਧਣ ਦਾ ਸ਼ੌਂਕ ਜ਼ਿਆਦਾ ਹੈ ਤੇ ਉਸ ਸ਼ੌਂਕ 'ਚ ਹੀ ਉਹ ਅੱਗੇ ਨਿਕਲ ਕਹਿ ਸਕਦੇ ਆ। ਕਿਤੇ ਨਾ ਕਿਤੇ ਮਿਹਨਤੀ ਵੀ ਜ਼ਿਆਦਾ ਨੇ, ਕਿਤੇ ਨਾ ਕਿਤੇ ਡੈਡੀਕੇਟਡ ਵੀ ਜ਼ਿਆਦਾ ਨੇ। ਇਹ ਤਾਂ ਉਹਦੀ ਨੈਚੁਰਲ ਕੁਆਲਿਟੀ ਹੈ, ਲਗਨ ਹੈ, ਡੈਡੀਕੇਸ਼ਨ ਇਹ ਉਹਨਾਂ 'ਚ ਕਿਉਂਕਿ ਸ਼ੁਰੂ ਹੈ ਤੋਂ ਬਹੁਤ ਗਰੂਮਿੰਗ ਹੀ ਇੰਜ ਹੁੰਦੀ ਹੈ ਨਾ, ਇਸ ਕਰਕੇ। ਜਦੋਂ ਪਹਿਲਾਂ ਕੀ ਹੁੰਦਾ ਸੀ ਕਿ ਘਰ ਦੇ ਵਿੱਚ ਹੀ ਮੰਨ ਲਓ ਔਰਤ ਹੈ, ਲੜਕਾ ਹੈ, ਲੜਕੀ ਹੈ, ਲੜਕੀ ਨੂੰ ਘਰ ਰੱਖਿਆ, ਲੜਕੇ ਨੂੰ ਬਾਹਰ ਭੇਜਿਆ, ਉਹਦਾ ਕੀ ਇਨਫਲੂਐਂਸ ਸੀ? ਉਹਦਾ ਇਨਫਲੂਐਂਸ ਗਲਤ ਜਾਂਦਾ ਸੀ ਲੜਕੇ ਤੇ, ਲੜਕੀ ਤੇ ਨਹੀਂ। ਚਲੋ ਉਹਦੇ ਤੇ ਵੀ ਜਾਂਦਾ ਸੀ, ਪਰ ਲੜਕੇ ਤੇ ਉਹਦਾ ਅਸਰ ਜ਼ਿਆਦਾ ਹੁੰਦਾ ਸੀ ਕਿ ਮੈਨੂੰ ਬਾਹਰ ਕੱਢ ਰਹੇ, ਮੇਰੇ ਕੋਲ ਜ਼ਿਆਦਾ ਫਰੀडम ਹੈ, ਮੈਨੂੰ ਜ਼ਿਆਦਾ ਕੁਝ ਮਿਲ ਰਿਹਾ। ਸੋ ਉਹੀ ਉਹਨੂੰ ਓਵਰਪਾਵਰ ਕਰਦੀ ਸੀ। ਜਦ ਕਿ ਲੜਕੀ ਨੂੰ ਪਿੱਛੇ ਰੱਖਿਆ ਜਾਂਦਾ ਸੀ, ਉਹ ਠੀਕ ਹੈ, ਉਹ ਦੱਬ ਰਹੀ ਸੀ, ਬਟ ਲੜਕੇ ਤੇ ਵੀ ਗਲਤ ਅਸਰ ਉਹਦਾ ਪੈਂਦਾ ਸੀ। ਜਦ ਕਿ ਹੁਣ ਦੋਨਾਂ ਨੂੰ ਬਾਹਰ ਕੱਢਿਆ ਜਾਂਦਾ ਤੇ ਦੋਨਾਂ ਦੇ ਵਿੱਚ ਕੋਈ ਉਹ ਸਾਈਕੋਲੋਜੀ ਨਹੀਂ ਆਉਂਦੀ। ਇਕੁਐਲਿਟੀ ਜਿਹੜੀ ਹੈ ਇਕੁਐਲਿਟੀ ਜ਼ਰੂਰੀ ਹੈ, ਦੋਨਾਂ ਲਈ ਬੈਨੀਫੀਸ਼ੀਅਲ ਹੈ ਐਂਡ ਹੈਂਸ ਫॉर द ਲੜਕੇ ਦੀ ਸਾਈਕੋਲੋਜੀ ਇਹ ਡਿਵੈਲਪ ਹੋ ਪੜਾ ਵਿਮਨ ਕਾਲਜ 'ਚ ਰਹੀ ਸੀ ਤੇ ਘਰ ਬੱਚਿਆਂ ਨੂੰ ਚੈੱਕ ਕਰਦੇ ਰਹੀਦਾ ਸੀ ਮੁੰਡਿਆਂ ਨੂੰ ਕਿ ਉਹਨਾਂ ਦਾ ਕੀ ਹੈ ਰਿਐਕਸ਼ਨ ਕੀ ਹੈ ਹੈਨਾ। ਤੇ ਕਈ ਵਾਰੀ ਮੈਂ ਉਹਨਾਂ ਨੂੰ ਪੁੱਛਣਾ, ਬੱਚੇ ਆ ਟੀਵੀ ਦੇਖਦੇ ਦੇਖਦੇ ਆ ਡਰੈਸ ਠੀਕ ਲੱਗ ਰਹੀ, ਉਹਨੂੰ ਠੀਕ ਲੱਗ ਰਹੀ ਹੈ, ਤੁਹਾਨੂੰ ਕੀ ਪ੍ਰੋਬਲਮ ਹੈ? ਇਹ ਕੁੜੀ ਅੱਗੇ ਬਹੁਤ ਵੱਧ ਰਹੀ ਹੈ ਜਾਂ ਡਰਾਮਿਆਂ 'ਚ ਉਹ ਕੰਮ ਉਹਨੂੰ ਠੀਕ ਲੱਗ ਰਿਹਾ, ਤੁਹਾਨੂੰ ਕੀ ਪ੍ਰੋਬਲਮ ਹੈ? ਸੋ ਮੁੰਡਿਆਂ ਦਾ ਮਾਈਂਡ ਸੈੱਟ ਕਰਨ ਵਿੱਚ ਅਗੇਨ ਔਰਤ ਦਾ ਹੀ ਬਹੁਤ ਹੱਥ ਹੈ, ਔਰਤ ਦਾ ਹੀ ਹੱਥ ਹੈ। ਐਜੂਕੇਟਿਡ ਮਦਰ ਹੋਣਾ ਬਹੁਤ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਕਿਉਂਕਿ ਐਜੂਕੇਟਿਡ ਮਦਰ ਹੋਏਗੀ, ਉਹ ਦੋਨਾਂ ਬੱਚਿਆਂ ਲਈ ਇੱਕੋ ਜਿਹਾ ਸਮਾਨ ਸਟਰਗਲ ਕਰੂਗੀ, ਇੱਕੋ ਜਿਹਾ ਉਹਨਾਂ ਨੂੰ ਦੱਸੇਗੀ, ਤਾਂ ਹੀ ਉਹ ਬੈਟਰ ਬਣਨਗੇ, ਤਾਂ ਹੀ ਉਹਨਾਂ ਦੇ ਵਿੱਚ ਕੁਝ ਉਹ ਨਹੀਂ ਆਏਗਾ। ਔਰਤ ਲਈ ਮੁੰਡਾ ਪਾਲਣਾ, ਕੁੜੀ ਪਾਲਣਾ ਇੱਕ ਸਟਰਗਲ ਹੈ, ਇੱਕ ਡੈਡੀਕੇਸ਼ਨ ਹੈ, ਇੱਕ ਕਮਿਟਮੈਂਟ ਹੈ ਜਿਹੜੀ ਅਸੀਂ ਬਹੁਤ ਹੈਪੀਲੀ ਨਿਭਾ ਰਹੇ ਹਾਂ ਔਰ ਨਿਭਾਉਂਦੇ ਰਵਾਂਗੇ। ਜਿਹੜੀ ਗੱਲ ਉੱਥੇ ਆ ਜਾਂਦੀ ਕਿ ਜੇ ਮਦਰ ਐਜੂਕੇਟਿਡ ਹੋਏਗੀ ਤੇ ਉਹਦਾ ਆਪਣਾ ਤੇ ਬੈਨੀਫਿਟ ਹੈ ਹੀ ਹੈ ਤੇ ਉਹਦੇ ਨਾਲ ਉਹਦੀ ਫੈਮਿਲੀ ਨੂੰ ਬੈਨੀਫਿਟ ਹੁੰਦਾ ਤੇ ਸਾਰੇ ਸਮਾਜ ਨੂੰ। ਅੱਛਾ ਮਨਵੀਰ, ਇਹਦੇ 'ਚ ਇਹ ਵੀ ਹੈ ਕਿ ਜਦੋਂ ਔਰਤ ਮਤਲਬ ਐਜੂਕੇਟਿਡ ਹੈ, ਨੌਕਰੀ ਕਰ ਰਹੀ ਹੈ, ਬਾਹਰ ਵਿਚਰ ਰਹੀ ਹੈ, ਉਹਦਾ ਕੋਈ ਨਾਮ ਹੈ, ਉਹਦੀ ਘਰ 'ਚ ਵੀ ਇੱਜ਼ਤ ਜ਼ਿਆਦਾ ਵੱਧਦੀ ਹੈ, ਸਤਿਕਾਰ ਵੱਧ ਜਾਂਦਾ ਹੈ। ਸੋ ਇੱਕ ਔਰਾ ਜੀ ਬਣ ਜਾਂਦੀ ਹੈ ਕਿ ਨਹੀਂ, ਦੇ ਆਰ ਡੂਇੰਗ ਸਮਥਿੰਗ ਕੰਸਟਰਕਟਿਵ ਫॉर ਸੋਸਾਇਟੀ ਐਂਡ ਲਾਈਫ ਇਨ ਸੋਸ਼ਲ ਅਪਲਿਫਟਮੈਂਟ। ਔਰ ਜ਼ਿਆਦਾਤਰ ਵੇਖਿਓ ਘਰ ਮਜ਼ਬੂਤੀ ਵੱਲ ਨੂੰ ਵੀ ਜਾਂਦੇ, ਮਜ਼ਬੂਤੀ ਵੱਲ ਨੂੰ ਵੀ ਜਾਂਦੇ ਆ। ਬਿਲਕੁਲ, ਜਿੱਥੇ ਔਰਤ ਦਾ ਸਤਿਕਾਰ ਹੈ ਉੱਥੇ ਫਾਊਂਡੇਸ਼ਨ ਰੱਬ ਵਾਸਤੇ ਡਿਸੀਜਨ ਮੇਕਿੰਗ ਇੱਕ ਔਰਤ ਕਰਦੀ ਹੈ, ਉਹਦੀ ਡਿਸੀਜਨ ਮੇਕਿੰਗ ਦਾ
ਨਜ਼ਰੀਆ ਹੀ ਅਲੱਗ ਹੁੰਦਾ ਜਾਂ ਮਿਲ ਕੇ ਕਰਦੇ ਨੇ, ਮਿਲ ਕੇ ਕਰਦੇ ਕਹਿ ਲਓ ਉਹਦਾ ਰੋਲ ਹੈ ਜਾਂ- ਡਿਸੀਜਨ ਹਾਂ, ਮੇਕਿੰਗ decision ਔਰ making ਟੋਲਰੈਂਸ ਵਿੱਚ ਵੱਧ ਵਧੀਆ। ਗਈ ਹੈ ਐਜੂਕੇਸ਼ਨ ਦੇ ਨਾਲ ਔਰਤ 'ਚ ਟੋਲਰੈਂਸ ਵੱਧ ਗਈ ਹੈ, ਘਟੀ ਨਹੀਂ ਹੈ, ਵੱਧ ਗਈ ਹੈ। ਫਰਸਟ੍ਰੇਸ਼ਨਸ ਵੀ ਘਟ ਗਈਆਂ। ਹਾਂ, ਉਹ ਹੋ ਸਕਦਾ ਕਈ ਵਾਰੀ ਜ਼ਿਆਦਾ ਨੈਗੇਟਿਵ ਐਂਬੀਸ਼ਨਸ ਵੀ ਪਾਲੇ ਜਾਣ, ਬਟ ਉਹ ਦੋਵਾਂ 'ਚ ਹੀ ਹੈ। ਉਹ ਮੁੰਡੇ ਵੀ ਕਰ ਸਕਦੇ ਆ, ਕੁੜੀਆਂ ਵੀ ਕਰ ਸਕਦੀਆਂ, ਕੋਈ ਉਹਦੇ 'ਚ ਖਾਸ ਅੰਤਰ ਸੋ ਨਹੀਂ ਜੈਂਡਰ ਹੈਗਾ। ਬਾਇਸ ਨਹੀਂ ਕੋਈ ਰਹਿ ਗਿਆ, ਹਿਊਮਨ ਹੋਣਾ ਵੀ ਸਾਈਕੋਲੋਜੀ ਨਹੀਂ ਹੈ ਚਾਹੀਦਾ। ਵਿਮਨ ਐਮਪਾਵਰਮੈਂਟ ਦਾ ਹਰਗਿਜ਼ ਇਹ ਮਤਲਬ ਨਹੀਂ ਹੈ ਕਿ ਅਸੀਂ ਡੋਮੀਨੇਟ ਕਰਨਾ ਹੈ, ਬਿਲਕੁਲ ਨਹੀਂ, ਬਲਕਿ competition ਨਹੀਂ ਹੈ। empower ਆਪ ourselves ਸਟੈਂਡ with ਹੋਣਾ, right thinking। ਆਪ ਸਟੈਂਡ ਮਤਲਬ ਅਸੀਂ ਦੱਬੇ ਨਹੀਂ ਰਹਿਣਾ, ਆਪ ਸਟੈਂਡ ਹੋਣਾ। ਬਿਲਕੁਲ ਸਹੀ ਸੋਚ ਨਾਲ ਆਪਣੇ ਆਪ ਨੂੰ ਐਮਪਾਵਰ ਕਰਨਾ, ਤੇ ਜੇ ਸਹੀ ਸੋਚ ਨਾਲ ਚੱਲਾਂਗੇ ਤੇ ਮੇਰੇ ਖਿਆਲ ਚ ਔਰ everything will be ਮਿਸ਼ਨ alright। ਇਹੀ ਹੁੰਦਾ ਜ਼ਿੰਦਗੀ ਦਾ ਕਿ ਤੁਹਾਨੂੰ ਜ਼ਿੰਦਗੀ ਦੀ ਸਮਝ ਤਾਂ ਆ ਸਕਦੀ ਹੈ ਅਗਰ ਤੁਸੀਂ ਇਹਨੂੰ ਸਾਰੇ ਰੰਗਾਂ 'ਚ ਜੀਂਦੇ ਹੋ। ਅਗਰ ਇੱਕ ਰੰਗ ਵੀ ਮਾਈਨਸ ਹੋ ਜੇ ਤੇ ਤੁਹਾਡੀ ਤਮੰਨਾ ਤਾਂ ਰਹਿ ਜੂਗੀ। ਸੋ ਲਿਵ all the colors of life, whether education, whether dresses or whatever you want to do। and ਹਰ ਔਰਤ ਨੂੰ ਵੈਸੇ ਤਕਰੀਬਨ ਆਪਣੀਆਂ ਲਿਮਿਟੇਸ਼ਨਸ ਦਾ ਪਤਾ ਹੁੰਦਾ ਹੈ, ਕਿਉਂਕਿ ਕਈ ਲਿਮਿਟੇਸ਼ਨਸ ਹੈਗੀਆਂ ਉਹਦੀਆਂ, ਸੈਕਸ਼ੂਅਲ ਹੈ ਜਾਂ ਕੋਈ ਵੀ ਹੈ, ਜਾਂ ਬੱਚਿਆਂ ਨਾਲ ਅਟੈਚਮੈਂਟ ਹੈ, ਜਾਂ ਘਰ ਵੀ ਦੇਖਣਾ ਹੈ, ਉਹ ਹੈਗੀਆਂ। ਬਟ ਡਿਸਪਾਈਟ ਦੈਟ you should enjoy all the colors and you should appreciate that you are a woman, be proud about ਮੇਰੇ it। ਖਿਆਲ ਚ ਲਿਮਿਟੇਸ਼ਨਸ ਚ ਰਹਿ ਕੇ ਬੰਦਾ ਜ਼ਿਆਦਾ ਗਰੋ ਕਰਦਾ ਹੈ। ਇੱਕ ਲਿਮਿਟੇਸ਼ਨਸ ਜਿਹੜੀਆਂ ਨਾ ਉਹ ਆਪਣੇ ਆਪ ਤੇ ਰੱਖਣੀਆਂ ਚਾਹੀਦੀਆਂ, ਉਹ ਉਹਨਾਂ ਲਈ ਪੋਜ਼ਿਟਿਵ ਉਹ ਵੀ ਇਨਬੋਰਨ ਹੈ, ਆਈ ਜਾਂਦੀਆਂ ਨੇ। ਪੰਜਾਬ ਦਾ ਜ਼ਿਆਦਾ ਖੇਤਰ ਰੂਰਲ ਏਰੀਆ ਦਾ ਖੇਤਰ ਆ। ਰੂਰਲ ਏਰੀਆ ਦੇ ਵਿੱਚ ਅੱਜ ਵੀ ਔਰਤਾਂ ਜਾਂ ਲੜਕੀਆਂ ਜਿਹੜੀਆਂ ਵਾ ਉਹ ਘਰਾਂ ਦੇ ਵਿੱਚ ਬਹੁਤ ਘੱਟ ਉਹਨਾਂ ਨੂੰ ਮੌਕੇ ਮਿਲ ਰਹੇ ਆ। ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਸਰ, ਮੈਂ ਹਰ ਸਾਲ ਜਦੋਂ ਨਵੀਂ ਕਲਾਸ ਆਉਂਦੀ ਸੀ ਨਾ, ਮੈਂ ਕੁੜੀਆਂ ਨੂੰ ਪੁੱਛ ਲੈਂਦੀ ਹੁੰਦੀ ਸੀ, ਫਰੈਸ਼ਰਸ ਨੂੰ, ਕਿ ਬੱਚੇ ਤੁਹਾਨੂੰ ਕੋਈ ਲੱਗਦਾ ਹੈ ਵੀ ਕੁੜੀਆਂ ਮੁੰਡਿਆਂ 'ਚ ਫਰਕ ਹੈ? ਜਿਨ੍ਹਾਂ ਨੂੰ ਲੱਗਦਾ ਹੱਥ ਖੜਾ ਕਰੋ। ਤਕਰੀਬਨ 99% ਕੁੜੀਆਂ ਹੱਥ ਖੜੇ ਕਰਦੀਆਂ ਸੀ। ਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਕਿਹੜੀ ਗੱਲੋਂ ਤੁਹਾਨੂੰ ਲੱਗਦਾ, ਕਾਰਨ ਕੀ ਹੈ? ਉਹਨਾਂ ਨੇ ਕਹਿਣਾ, ਮੈਮ ਮੈਂ ਘਰ ਜਾਨੀ ਨਾ, ਮੰਮੀ ਧੁੱਪ ਹੋਊਗੀ, ਇਕੱਠੇ ਜਾਂਦੇ ਅਸੀਂ ਮੇਰਾ ਭਰਾ ਤੇ ਮੈਂ, ਮਾਂ ਕਹੂਗੀ ਜਾ ਪਾਣੀ ਪੀ ਲਾ, ਨਾਲ ਭਰਾ ਨੂੰ ਵੀ ਦੇ ਦੇ, ਜਾ ਫੁਲਕੇ 2 ਪਕਾ ਲਾ, ਨਾਲ ਭਰਾ ਨੂੰ ਵੀ ਦੇ ਦੀ। ਕਹਿੰਦੀ ਮੇਰਾ ਕੋਈ ਰਾਈਟ ਹੀ ਨਹੀਂ ਹੈ। ਮੈਂ ਕਿਹਾ ਤੇਰਾ ਰਾਈਟ ਹੈਗਾ, ਪਰ ਤੈਨੂੰ ਪਰਮਾਤਮਾ ਨੇ ਇੰਨੀਆਂ ਕੁ ਸ਼ਕਤੀਆਂ ਬਖਸ਼ੀਆਂ ਕਿ ਤੂੰ ਆਪਣੇ ਲਈ ਵੀ ਪਕਾ ਸਕਦੀ ਹੈ ਤੇ ਖਵਾ ਵੀ ਸਕਦੀ ਹੈ। ਸੋ ਦੈਟ ਵਾਸ ਅ ਪੋਜ਼ਿਟਿਵ ਐਟੀਟਿਊਡ। ਉਹਨਾਂ ਨੇ ਕਹਿਣਾ ਜੀ ਸਾਨੂੰ ਨਹੀਂ ਕਹਿੰਦੀਆਂ ਕਿ ਦੁੱਧ। ਔਰ ਮੈਂ ਤੁਹਾਨੂੰ ਦੱਸਾਂ ਓਪਨਲੀ ਕਿ ਪਿੰਡਾਂ ਦੀਆਂ ਕੁੜੀਆਂ ਕਮਜ਼ੋਰ ਨੇ, ਸ਼ਹਿਰਾਂ ਦੀਆਂ ਕੁੜੀਆਂ ਕੰਪੈਰੀਟਿਵਲੀ ਹੈਲਦੀ ਨੇ, ਕਿਉਂਕਿ ਉਹਨਾਂ ਦੀਆਂ ਮਦਰਸ ਐਜੂਕੇਟਡ ਨੇ। ਉਹ ਧਿਆਨ ਰੱਖਦੀਆਂ ਨੇ ਕਿ ਇਹਨਾਂ ਨੂੰ ਡਾਈਟ 'ਚ ਕੀ ਚਾਹੀਦਾ, ਸਾਰੀਆਂ ਗੱਲਾਂ ਦਾ ਧਿਆਨ ਰੱਖਦੀਆਂ। ਪਿੰਡਾਂ ਦੀਆਂ ਲੇਡੀਜ਼ ਨਹੀਂ ਰੱਖਦੀਆਂ, ਕਹਿਣ ਦਾ ਕੁੜੀਆਂ ਦਾ ਮਤਲਬ ਧਿਆਨ ਕਿ ਨਹੀਂ ਰੱਖਦੀਆਂ। ਐਜੂਕੇਸ਼ਨ ਦੇ ਨਾਲ ਇੱਕ ਸੋਚ ਵਧੀ ਹੈ, ਸੋਚ ਵੱਧਦੀ ਹੈ, ਤੇ ਤੁਹਾਡੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਤੁਸੀਂ ਕਿਵੇਂ ਅੱਗੇ ਵਧਣਾ ਹੈ, ਕਿਵੇਂ ਬਾਹਰ ਨਿਕਲਣਾ ਔਰ ਹੈ। ਇੱਥੇ ਵੀ ਸਾਡੀ Capabilities ਟੀਚਰਸ ਦੀ ਨਹੀਂ ਜ਼ਿੰਮੇਵਾਰੀ ਜ਼ਿਆਦਾ ਹੈ ਕਿ ਅਗਰ ਉਹਨਾਂ ਨੂੰ ਲੱਗਦਾ ਵੀ ਹੈ ਕਿ ਕੋਈ ਸੈਟਬੈਕ ਹੈ, ਉਹਨੂੰ ਵੀ ਅਸੀਂ ਪੋਜ਼ਿਟਿਵਿਟੀ ਦੇ ਵਿੱਚ ਚੇਂਜ ਕਰ ਦਈਏ ਵੀ ਬੱਚੇ ਇੰਜ ਨਹੀਂ ਹੈ, ਕੋਈ ਗੱਲ ਨਹੀਂ, ਯੂ ਆਰ ਮੋਰ ਐਫੀਸ਼ੀਐਂਟ, more capable and have more potentiality। So this is what we do। ਹਾਂਜੀ, ਜੇ ਸਟੈਟਸ ਦੇਖੀਏ, ਆਰਟੀਕਲ ਮੈਂ ਪੜ੍ਹ ਰਹੀ ਸੀ, ਉਹਦੇ ਵਿੱਚ ਸੀਗਾ ਕਿ 90% ਜਿਹੜੀ ਵਰਕਫੋਰਸ ਹੈ ਪਿੰਡਾਂ ਦੇ ਵਿੱਚ ਉਹ ਕੁੜੀਆਂ ਨੇ। 90% ਕੰਟਰੀਬਿਊਟ ਕਰ ਰਹੀਆਂ ਨੇ ਐਗਰੀਕਲਚਰ ਵਿੱਚ ਤੇ ਐਨੀਮਲਸ ਦੇ ਪਾਲਣ ਪੋਸ਼ਣ ਦੇ ਵਿੱਚ। ਲੇਕਿਨ ਅਗਰ ਅਸੀਂ ਜੀਡੀਪੀ ਦੇ ਵਿੱਚ ਹਿੱਸਾ ਦੇਖਦੇ ਹਾਂ ਉਹਨਾਂ ਦਾ, ਉਹ ਸਿਰਫ 1/10 ਹੈ। 1/10 ਹੈ। ਕਿਤੇ ਨਾ ਕਿਤੇ ਉਹਨਾਂ ਦੀ ਮਿਹਨਤ ਹਿਡਨ ਰਹਿ ਜਾਂਦੀ ਆ ਔਰ ਦਿਖਦੀ ਨਹੀਂ ਆ ਸਾਹਮਣੇ। ਡਿਸਗਾਈਜ਼ਡ ਅਨਇੰਪਲੋਇਮੈਂਟ ਕਹਿ ਸਕਦੇ ਹੋ ਤੁਸੀਂ ਇਹਨਾਂ ਨੂੰ। ਪਰ ਮੈਨੂੰ ਇਹ ਵੀ ਲੱਗਦਾ ਕਿ ਔਰਤ ਨੂੰ ਬਹੁਤਾ ਫਰਕ ਵੀ ਨਹੀਂ ਪੈਂਦਾ ਕਿ ਘਰ ਦੇ ਬਾਹਰ ਮੇਰਾ ਨਾਮ ਲਿਖਿਆ ਜਾਂ ਨਹੀਂ ਲਿਖਿਆ, ਬਹੁਤਾ ਫਰਕ ਨਹੀਂ ਪੈਂਦਾ। ਅਗਰ ਮੈਂ 99% ਪਿੰਡਾਂ 'ਚ ਵੀ ਕੰਮ ਕਰ ਰਹੀ ਹਾਂ ਤੇ ਮੈਨੂੰ ਕੋਈ ਉਹਦਾ ਮੈਰਿਟ ਸਰਟੀਫਿਕੇਟ ਨਹੀਂ ਮਿਲ ਰਿਹਾ, ਉਹਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। That is the greatness of a woman। ਪਰ ਪੈਣਾ ਚਾਹੀਦਾ ਫਰਕ ਪੈਣਾ ਚਾਹੀਦਾ। ਜੇ ਉਹ ਵਰਕ ਕਰ ਰਹੀ ਆ ਤਾਂ ਉਹਦਾ ਨਾਮ ਆਉਣਾ ਚਾਹੀਦਾ ਸਾਹਮਣੇ, ਕਿਉਂ ਨਹੀਂ ਆਉਣਾ ਚਾਹੀਦਾ ਫਿਰ? ਚਲੋ ਆ ਗਿਆ, ਠੀਕ ਹੈ, but they are not that conscious of these things। They are more into work and making life move। ਜ਼ਿੰਦਗੀ ਨੂੰ ਚਲਾਈ ਜਾ ਆਏ ਜਾਂ ਨਾ ਆਏ, ਪਰ ਇਹ ਹੈ ਕਿ ਉਹ ਮੇਨ ਸਟ੍ਰੀਮ 'ਚ ਹੋਣੇ ਚਾਹੀਦੇ ਆ ਕੰਮ। ਉਹਨਾਂ ਨੂੰ ਜੋ ਉਹਨਾਂ ਦੇ ਰਾਈਟਸ ਹੈ, ਦੇ ਸ਼ੁੱਡ ਬੀ ਅਵੇਅਰ ਅਬਾਊਟ ਦੈਟ। ਠੀਕ ਹੈ, ਅਸੀਂ ਕਿਸੇ ਕੋਈ ਚੀਜ਼ ਕੀ ਕਿਸੇ ਖੋਣਾ ਕੁਝ ਨਹੀਂ ਹੈ, ਪਰ ਅਸੀਂ ਕੰਟਰੀਬਿਊਟ ਕਰਨਾ ਫॉर ਮੇਕਿੰਗ ਦਿਸ ਸੋਸਾਇਟੀ ਅ ਹੈਪੀ ਐਂਡ ਹੈਲਦੀ। ਉਹ ਕਰੀ ਜਾ ਰਹੇ, ਕੰਟਰੀਬਿਊਟ ਕਰੀ ਜਾ ਰਹੇ। ਇੱਕ ਮੈਨੂੰ ਇਹ ਗੱਲ ਲੱਗਦੀ ਕਿ ਜਦੋਂ ਅਸੀਂ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ, ਵੂਮਨ ਇੰਪਾਵਰਮੈਂਟ ਦੀ, ਤੇ ਗੱਲ ਉਹੀ ਕਰਦੀ ਹੈ ਔਰਤ ਜਿਹੜੀ ਪਹਿਲੇ ਹੀ ਇੰਪਾਵਰ ਹੈ। ਜਿਹੜੀ ਜਿਨ੍ਹਾਂ ਨੂੰ ਨਹੀਂ ਅਵੇਅਰਨੈਸ, ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਇੰਪਾਵਰਮੈਂਟ ਕੀ ਹੈ। ਉਹਨਾਂ ਨੂੰ ਲੱਗਦਾ ਕਿ ਇਹੀ ਤਰੀਕਾ ਹੈ, ਅਸੀਂ ਦੱਬ ਕੇ ਹੀ ਰਹਿਣਾ ਹੈ,
ਕਿ ਜੋ ਕਹਿ ਰਹੇ ਨੇ ਉਵੇਂ ਹੀ ਚੱਲਣਾ ਫਿਰ ਉਹਦਾ ਸੋਲੂਸ਼ਨ ਇਹੀ ਹੈ ਕਿ ਨਾ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਵੇ ਟੂ ਗਿਵ ਐਜੂਕੇਸ਼ਨ ਜ਼ਰੂਰੀ ਹੈ। ਵੈਸੇ ਇੰਡੀਆ 'ਚ ਕਈ education ਸਟੇਟਸ is right of everyone, every individual. ਸਾਰੀ ਅਵੇਅਰਨੈਸ ਐਜੂਕੇਸ਼ਨ ਦੇ ਨਾਲ ਹੀ ਆਣੀ ਹੈ। ਕਈ states ਇਹੋ ਜਿਹੀਆਂ ਹੈ। ਬਦਲ ਨਹੀਂ ਹੈ ਬਦਲ ਜਿੱਥੇ ਨਹੀਂ। ਰਾਜਸਥਾਨ ਹੈ, ਹਾਂਜੀ। ਯੂਪੀ ਹੈ, ਕਿਉਂਕਿ ਫੌਜ 'ਚ ਸੀ, ਮੈਂ ਉੱਥੇ ਰਹਿ ਕੇ ਦੇਖਿਆ, ਉੱਥੇ ਔਰਤ ਬਹੁਤ ਡੋਮੀਨੇਟ ਕਰਦੀ ਹੈ ਭਾਵੇਂ ਐਜੂਕੇਸ਼ਨ ਘੱਟ ਹੈ, ਪਰ ਅਗਰ ਐਜੂਕੇਸ਼ਨ ਆ ਜਾਏ ਤੇ ਜਿਵੇਂ ਸਾਰਿਆਂ ਦਾ ਹੈਗਾ ਕਿ ਪਲੈਨਿੰਗ ਹੋ ਸਕਦੀ ਹੈ, ਚੋਇਸਿਸ ਹੋ ਸਕਦੀਆਂ, ਇੱਕ ਆਪਣੇ ਲੀਗਲ ਸੋਸ਼ਲ ਰਾਈਟਸ ਤੋਂ ਪਤਾ ਲੱਗ ਸਕਦਾ ਹੈ, ਆਪਣੀ ਹੋਂਦ ਨੂੰ ਉਹ ਮਹਿਸੂਸ ਕਰ ਸਕਦੀ ਹੈ। ਬਿਲਕੁਲ ਗੱਲ ਠੀਕ ਹੈ ਕਿ ਅਗਰ ਤੁਸੀਂ ਨਹੀਂ ਡਿਮਾਂਡ ਕੁਝ ਕਰ ਰਹੇ ਤਾਂ ਮਤਲਬ ਮੇ ਬੀ ਯੂ ਆਰ ਨਾਟ ਨੋਇੰਗ ਯੋਰ ਸੈਲਫ, ਹੈ ਨਾ, ਆਪਣੀ ਤੁਹਾਨੂੰ ਬੀਇੰਗ ਦਾ ਹੀ ਨਹੀਂ ਪਤਾ। ਸੋ ਐਜੂਕੇਸ਼ਨ ਦੇ ਨਾਲ ਤੁਹਾਨੂੰ ਆਪਣੇ ਬੀਇੰਗ ਦਾ ਪਤਾ ਲੱਗ ਜਾਊਗਾ ਕਿ ਦਿਸ ਇਜ਼ ਵਾਟ ਆਈ ਐਮ। ਅੱਛਾ, ਮੈਨੂੰ ਦੱਸਿਓ ਮੈਮ ਕਿ ਸਾਡੀਆਂ ਸਰਕਾਰਾਂ ਦਾ ਇਹਦੇ ਵਿੱਚ ਕੀ ਰੋਲ ਚਾਹੀਦਾ ਵਾ? ਸਾਡੀਆਂ ਸਰਕਾਰਾਂ ਨੂੰ ਕੀ ਕੀ ਕਰਨਾ ਚਾਹੀਦਾ ਵਾ ਕਿ ਔਰਤਾਂ ਨੂੰ ਹੋਰ ਗਿਆਨ ਜਾਂ ਐਜੂਕੇਸ਼ਨ ਮਿਲੇ? ਸਰਕਾਰਾਂ ਦਾ ਜਿੱਥੋਂ ਤੱਕ ਖਿਆਲ ਹੈ, ਮੇਰੇ ਖਿਆਲ 1947 ਤੱਕ ਤੇ ਇੰਨਾ ਇਹਦੇ ਵੱਲ ਧਿਆਨ ਨਹੀਂ ਸੀਗਾ, ਪਰ 1947 ਆਜ਼ਾਦੀ ਤੋਂ ਬਾਅਦ ਸਰਕਾਰ ਨੇ ਕਾਫੀ ਫੋਕਸ ਕੀਤਾ। ਜਿੰਨੇ ਵਿਮਨ ਕਾਲਜਸ ਖੁੱਲੇ ਨੇ ਉਹ 47 ਤੋਂ ਬਾਅਦ ਹੀ ਖੁੱਲੇ ਨੇ, ਔਰ ਉਹਨਾਂ ਨੇ ਬੜੀਆਂ ਸਕੀਮਸ ਵੀ ਚਲਾਈਆਂ ਕਿ ਔਰਤ ਜਿਹੜੀ ਹੈ ਮੈਕਸਿਮਮ ਆਏ, ਪਰ ਹਾਲੇ ਫਿਰ ਵੀ ਲੋੜ ਹੈ ਲੋਕਾਂ ਦਾ ਮਾਈਂਡ ਸੈੱਟ ਕਰਨ ਦਾ ਕਿ ਐਜੂਕੇਸ਼ਨ ਹਰ ਕੁੜੀ ਦਾ, ਹਰ ਮੁੰਡੇ ਦਾ ਰਾਈਟ ਹੈ ਔਰ ਉਹਨੂੰ ਉੱਥੇ ਜਾਣਾ ਚਾਹੀਦਾ। ਹਾਂ, ਇਹ ਹੈ ਕਿ ਜਿਵੇਂ ਸਾਡਾ ਵੂਮਨ ਕਾਲਜ ਹੈ, ਕੁੜੀਆਂ ਜ਼ਿਆਦਾ ਸਿਕਿਉਰ ਫੀਲ ਕਰਦੀਆਂ, ਸੇਫ ਮਹਿਸੂਸ ਕਰਦੀਆਂ ਕਾਲਜ ਦੇ ਵਿੱਚ, ਕਿਉਂਕਿ ਅੰਦਰ ਹੀ ਹੌਸਟਲ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਸਰਕਾਰ ਨੂੰ ਕਿ ਮੈਕਸਿਮਮ ਹੌਸਟਲ ਖੋਲ੍ਹੇ ਜਾਣ ਵਿਦਿਨ ਦ ਇੰਸਟੀਟਿਊਟ, ਸੋ ਦੈਟ ਪੈਰੈਂਟਸ ਬੜੇ ਬੇਫਿਕਰੇ ਹੋ ਕੇ ਬੱਚੇ ਆਪਣੇ ਭੇਜ ਸਕਣ ਔਰ ਉੱਥੇ ਉਹਨਾਂ ਨੂੰ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ, ਆਪਣੇ ਜੋ ਉਹ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕਰਨ ਵਾਸਤੇ, ਜਾਂ ਖੇਡਾਂ ਦੇ ਵਿੱਚ ਉਹਨਾਂ ਨੂੰ ਅੱਗੇ ਆਉਣ ਵਿੱਚ ਪ੍ਰੇਰਿਤ ਕਰਨ। ਜਿਵੇਂ ਕਿ ਹੁਣ ਜ਼ਮਾਨਾ ਹੈਗਾ ਹਾਈ ਟੈਕ ਦਾ, ਟੈਕਨੋਲੋਜੀ ਦਾ, ਉਹਦੇ 'ਚ ਵੀ ਇਸੀ ਟੈਕਨੋਲੋਜੀ ਦੇ ਵਿੱਚ, ਕੰਪਿਊਟਰਸ ਦੇ ਵਿੱਚ ਔਰਤ ਇਸ ਵੇਲੇ ਬੰਦਿਆਂ ਤੋਂ ਕਿਤੇ ਅੱਗੇ ਹੈ। ਸੋ ਇਹੋ ਜਿਹੇ ਉਹਨਾਂ ਨੂੰ ਇਨਫਰਾਸਟ੍ਰਕਚਰ, ਇਹੋ ਜਿਹੇ ਉਹਨਾਂ ਨੂੰ ਮੌਕੇ ਦਿੱਤੇ ਜਾਣ ਕਿ ਉਹ ਆਪਣੇ ਆਪ ਨੂੰ ਸਕਿੱਲਫੁਲ ਬਣਾਉਣ ਤੇ ਸਕਿੱਲ ਲੈ ਕੇ ਸਮਾਜ ਦੇ ਵਿੱਚ ਸਮਾਜ ਦੇ ਵਿੱਚ ਸਰਕਾਰ ਨੇ ਬਹੁਤ ਸਾਰੇ ਸਕਿੱਲ ਓਰੀਐਂਟਡ ਕੋਰਸਿਸ ਵੀ ਸ਼ੁਰੂ ਕੀਤੇ ਹੈ, ਲਾਈਕ ਕਾਸਮੈਟੋਲੋਜੀ, ਫੈਸ਼ਨ ਡਿਜ਼ਾਈਨਿੰਗ, ਜਿਹਦੇ ਵਿੱਚ ਔਰਤ ਆਪਣੇ ਆਪ ਨੂੰ ਘਰ ਬੈਠੇ ਬੈਠੇ ਅਰਨਿੰਗ ਪ੍ਰੋਵਾਈਡ ਕਰ ਸਕਦੀ ਹੈ। ਔਰ ਫੀਸ ਕੰਸੈਸ਼ਨਸ ਵੀ ਬੜੇ ਨੇ ਇਹਦੇ 'ਚ, ਬੜੇ ਗ੍ਰਾਂਟਸ ਬੜੀਆਂ ਦਿੰਦੀ ਹੈ ਸਰਕਾਰ। ਵੂਮਨ ਐਂਟਰਪ੍ਰੀਨਿਓਰਸ਼ਿਪ ਵਧਾਉਣ ਲਈ ਵੀ ਨਾ ਮਾਈਕਰੋ ਫਾਈਨੈਂਸਿੰਗ ਸਕੀਮਸ ਵੀ ਸਰਕਾਰ ਦੇ ਰਹੀ ਹੈ, ਬਿਲਕੁਲ ਬਹੁਤ ਚਲਾ ਰਹੀ ਹੈ ਕਿ ਤੁਸੀਂ ਲੋਨ ਲੈ ਸਕਦੇ ਹੋ ਬਹੁਤ ਘੱਟ ਰੇਟ ਆਫ ਇੰਟਰਸਟ ਤੇ, ਔਰ ਔਰ ਕੋਈ ਘਰ ਕੰਮ ਕਰਨਾ ਸ਼ੁਰੂ ਕਰਨਾ ਚਾਹੁੰਦੀ ਹੈ। ਸਿੰਗਲ ਚਾਈਲਡ ਲਈ ਫੀਸ ਵੀ ਮਾਫ ਹੈ। ਦੀ ਅਵੇਅਰਨੈਸ ਪਰ ਅਵੇਅਰਨੈਸ ਜਿਹੜੀ ਹੈ ਨਾ ਉਹ Awareness ਬੇਟੀ ਨਹੀਂ ਹੈਗੀ। ਬਚਾਓ ਬੇਟੀ ਪੜਾਓ ਯੋਜਨਾ ਦਾ ਯੋਜਨਾ ਦਾ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਉਹ ਸਕੀਮਸ ਕੁਝ ਕੁ ਹੱਥਾਂ ਤੱਕ ਹੀ ਸੀਮਿਤ ਰਹਿ ਜਾਂਦੀ? ਹਾਂਜੀ ਹਾਂਜੀ, ਇਹੀ ਹੈ ਜਦੋਂ ਕੋਈ ਆਮ ਸਰ ਲੋਕਾਂ ਨੂੰ ਅਵੇਅਰਨੈਸ ਦੀ ਅਵੇਅਰਨੈਸ ਪ੍ਰੋਬਲਮ ਹੀ ਹੈ ਨਾ, ਨਹੀਂ ਹੈ, ਆਮ ਲੋਕਾਂ ਨੂੰ ਅਵੇਅਰਨੈਸ ਹੀ ਨਹੀਂ ਹੈ, ਐਜੂਕੇਸ਼ਨ ਹੀ ਨਹੀਂ ਹੈ, ਅਖਬਾਰ ਹੀ ਨਹੀਂ ਪੜ੍ਹਨੀ, ਉਹਨਾਂ ਦੀ ਨੇ ਕੁਛ- ਇੰਪਲੀਮੈਂਟੇਸ਼ਨ ਜਿਹੜੀ ਹੈ ਉਹ ਕਈ ਵਾਰੀ ਸਹੀ ਢੰਗ ਸਹੀ ਨਾਲ ਢੰਗ ਨਹੀਂ ਨਾਲ ਉਹ ਹੋ ਵੀ ਹੈ, ਪਾਉਂਦੀ। ਹਾਂ, unless you are aware of your rights and responsibilities and duties, you cannot claim anything also. Right. So maybe ਹਾਲੇ ਸਾਡੀ ਥਰਡ ਜਨਰੇਸ਼ਨ ਹੈ ਐਜੂਕੇਸ਼ਨ ਚ, ਜਦੋਂ ਆਪਾਂ ਆਏ ਆ, ਜਦੋਂ ਚੌਥੀ ਪੰਜਵੀਂ ਹੋ ਜੂਗੀ ਮੇਰੇ ਖਿਆਲ ਉਹ ਵੀ ਜਿਹੜੇ Gap gap ਜਿਹੜਾ ਹੈਗੇ ਉਹ ਖਤਮ ਹੋ ਖਤਮ ਹੋ ਸਾਰੀ ਜਾਣਗੇ। ਗੱਲ ਉਹੀ ਐਜੂਕੇਸ਼ਨ ਤੇ ਅਵੇਅਰਨੈਸ ਨਹੀਂ ਆ ਸੈਮੀਨਾਰਸ ਜਾਂਦੀ ਹੈ। ਵਗੈਰਾ ਕੋਈ ਲੈਕਚਰ ਰੂਰਲ ਏਰੀਆ ਦੇ ਵਿੱਚ ਸਾਨੂੰ ਵੀ ਜਾ ਕੇ ਜਿਹੜੇ ਚੰਗੇ ਪ੍ਰਭਾਵੀ ਅਧਿਆਪਕ ਨੇ, ਚੰਗੀਆਂ ਸੰਸਥਾਵਾਂ ਦੀ ਅਗਵਾਈ ਕਰ ਰਹੇ ਨੇ, ਇਦਾਂ ਦੇ ਕੋਈ ਸੈਮੀਨਾਰਸ ਵੀ ਚਾਹੀਦੇ ਨੇ ਕਿ ਜਿਹੜੇ ਉਹ ਨਿਕਲ ਕੇ ਆਉਣ ਬੱਚੇ ਹੋਰ ਬਾਹਰ। ਦੇਖੋ ਜੀ, ਅਸੀਂ ਆਪਣੇ ਕਾਲਜ ਦੇ ਵਿੱਚ ਤੇ ਟੀਚਰਸ ਨੂੰ ਡਿਪਿਊਟ ਕਰਦੇ ਆ ਕਿ ਸਕੂਲਾਂ ਦੇ ਵਿੱਚ ਜਾਓ, ਭਾਸ਼ਣ ਦਿਓ ਉੱਥੇ ਤੇ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਵਾਸਤੇ ਪ੍ਰੇਰਿਤ ਕਰੋ। ਐਂਡ ਆਈ ਫੀਲ ਸੋ ਪ੍ਰਾਊਡ ਜਦੋਂ ਉਹ ਪੈਰੈਂਟਸ ਆਉਂਦੇ ਨੇ, ਕਹਿੰਦੇ ਜੀ ਮੇਰੇ ਕੋਲ ਪੈਸਾ ਕੁਝ ਨਹੀਂ ਜੀ ਹੈਗਾ, ਪਰ ਮੈਂ ਆਪਣੀ ਕੁੜੀ ਪੜਾਉਣਾ ਚਾਹੁੰਦਾ। ਮੈਂ ਕਹਿੰਨੀ ਜੀ ਕੁੜੀ ਹੋਣੇ ਮੇਰੀ ਹੋਈ, ਮੇਰੀ ਜ਼ਿੰਮੇਵਾਰੀ ਹੈ ਕਿ ਇਹਨੂੰ ਪੜਾਉਣਾ। ਥੋੜਾ ਪੈਸਾ ਦੇ ਕੇ ਅਸੀਂ ਆਪ ਪੜਾਈਏ ਜਾਂ ਸਰਕਾਰ ਦੀਆਂ ਸਕੀਮਾਂ ਨੂੰ ਅਵੇਲ ਕਰੀਏ। ਅਸੀਂ ਹਰ ਸਰਕਾਰ ਦੀ ਦਿੱਤੀ ਹੋਈ ਫਾਈਨੈਂਸ਼ੀਅਲ ਏਡ ਨੂੰ ਯੂਜ਼ ਕਰਦੇ ਹਾਂ। ਔਰ ਮੈਂ ਦੇਖਿਆ ਕਿ ਵੈਸੇ ਕੋਈ ਫਰਕ ਤਾਂ ਹੈ ਨਹੀਂ, ਪਰ ਬੰਦੇ ਇਸ ਗੱਲ ਲਈ ਬੜਾ ਪ੍ਰਮੋਟ ਕਰਦੇ ਨੇ। ਬਾਹਰੋਂ ਬੜੇ ਯਕੀਨ ਨੇ ਕਿ ਪੰਜਾਬ, ਖਾਸ ਕਰਕੇ ਪੰਜਾਬ ਦੀਆਂ ਕੁੜੀਆਂ ਨੂੰ ਏਡ ਅਸੀਂ ਦਿੰਨੇ ਆ, ਤੁਸੀਂ ਇਹਨਾਂ ਨੂੰ ਪੜਾਓ। ਸੋ ਵੀ ਆਰ ਕਮਿਟਡ ਟੂ ਦੈਟ, ਅਸੀਂ ਪੜਾਵਾਂਗੇ ਕੁੜੀਆਂ ਨੂੰ, ਅਸੀਂ ਪੜਾਵਾਂਗੇ। ਜੇ ਅਧਿਆਪਕ ਇਦਾਂ ਦੇ ਮਿਲ ਜਾਣ ਜਾਂ ਅਗਵਾਈ ਕਰਨ ਵਾਲੇ ਪ੍ਰਿੰਸੀਪਲ ਸਾਰੀਆਂ ਸੰਸਥਾਵਾਂ ਨੂੰ ਮਿਲ ਜਾਣ ਕਿ ਜਿਹੜੇ ਇਹ ਚੀਜ਼ ਕਹਿਣ ਕਿ ਇਹ ਬੱਚੀ ਹੁਣ ਮੇਰੀ ਆ, ਤਾਂ ਮੈਨੂੰ ਨਹੀਂ ਲੱਗਦਾ ਪੰਜਾਬ ਦਾ ਕੋਈ ਵੀ ਕੋਨਾ, ਕਿਸੇ ਕੋਨੇ ਦੇ ਵਿੱਚ ਵੀ ਕੋਈ ਬੇਟੀ ਜਿਹੜੀ ਆ ਉਹ ਗਿਆਨ ਤੋਂ ਵਾਂਝੀ ਰਹਿ ਜੂਗੀ। ਬਿਲਕੁਲ ਬਿਲਕੁਲ। ਮੈਂ ਜਦੋਂ ਬੱਚੇ ਸਾਡੇ
ਪੰਜਾਬ ਦੇ ਬੱਚੇ ਗਿਆਨ ਲੈ ਕੇ ਬਾਹਰ ਜਾਂਦੇ ਆ ਤੇ ਕਿਤੇ ਨਾ ਕਿਤੇ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਉਹਨਾਂ ਨੂੰ ਕੱਟ ਵੱਜ ਜਾਂਦਾ ਕਿ ਨਹੀਂ ਬੇਟੀਆਂ ਬਾਹਰ ਨਹੀਂ ਭੇਜਣੀਆਂ। ਕੋਈ ਸੁਸਾਇਟੀ ਦੇ ਵਿੱਚ ਕੋਈ ਉਹਨਾਂ ਦੇ ਵਿੱਚ ਹੈ ਕਿ ਜਿਹੜਾ ਡਰ ਭਾਵਨਾ ਅਜੇ ਵੀ ਬਣੀ ਹੈ? ਪਹਿਲਾਂ ਹੁੰਦੀ ਸੀ ਪਰ ਹੁਣ ਹੌਲੀ ਹੌਲੀ ਐਜੂਕੇਸ਼ਨ ਦੇ ਨਾਲ ਉਹ ਘਟਦੀ ਜਾ ਰਹੀ ਹੈ। ਘਟਦੀ ਜਾ ਰਹੀ ਹੈ। ਹੁਣ ਜਿਵੇਂ ਬੇਟੇ ਬਾਹਰ ਜਾਂਦੇ ਸੀ ਹੁਣ ਬੇਟੀਆਂ ਵੀ ਜਾਣ ਲੱਗ ਬਲਕਿ ਗਈਆਂ ਨੇ। ਬੇਟੀਆਂ ਜ਼ਿਆਦਾ ਜਾ ਰਹੀਆਂ ਨੇ। ਔਰ ਇੱਕ ਗੱਲ ਮੈਂ ਦੱਸਣਾ ਚਾਹਾਂਗੀ, ਇੱਥੇ ਐਡ ਕਰਨਾ ਚਾਹਾਂਗੀ ਕਿ ਕੁਝ ਪੁਰਾਣੇ ਟਾਈਮ 'ਚ ਜੇ ਚਲੇ ਜਾਈਏ ਤੇ ਜ਼ਿਆਦਾ ਲੜਕੇ ਪੜ੍ਹ ਰਹੇ ਹੁੰਦੇ ਸੀ, ਪਰ ਹੁਣ ਜਦੋਂ ਦੇਖੀਦਾ ਇੱਕ ਕੋਰਸ ਦੇ ਵਿੱਚ ਜਦੋਂ ਇੱਕ ਕੋ ਐਜੂਕੇਸ਼ਨਲ ਇੰਸਟੀਚਿਊਟ ਦੀ ਗੱਲ ਕਰੀਏ ਜੇ ਤੇ 35 ਕੁੜੀਆਂ ਹੁੰਦੀਆਂ ਨੇ ਤੇ ਉਹਦੇ ਪਿੱਛੇ ਇੱਕ ਮੁੰਡਾ ਹੁੰਦਾ। ਸੋ ਬਹੁਤ ਸਾਰੀ ਕੁੜੀਆਂ ਪਹਿਲਾਂ ਆਉਂਦੀਆਂ ਨੇ, ਉਹ ਇੱਕ ਨਜ਼ਰ ਆ ਰਹੀ ਹੈ ਸੋਚ ਕਿ ਅੱਗੇ ਵੱਧ ਰਹੇ ਨੇ, ਬਾਹਰ ਜਾ ਰਹੇ ਨੇ। ਹੁਣ ਇਹ ਨਹੀਂ ਰਹਿ ਗਿਆ ਕਿ ਕੁੜੀ ਨੇ ਨਹੀਂ ਜਾਣਾ ਤੇ ਮੁੰਡੇ ਨੇ ਹੁਣ ਜਾਣਾ। ਆਪਾਂ ਦੇਖ ਲਈਏ ਐਨਡੀਏ ਦੇ ਵਿੱਚ ਦੇਖ ਲਈਏ, ਆਈਐਸ ਪੀਸੀਐਸ ਦੇ ਵਿੱਚ ਦੇਖ ਲਈਏ, CBSE ਦੇ result ਦੇਖ ਲਓ। ਸੀਬੀਐਸਈ ਹਾਂ, ਦੇ ਕਿਸੇ ਵੀ ਜਗ੍ਹਾ ਦੇ result। ਯੂਨੀਵਰਸਿਟੀਜ਼ ਦੇ ਰਿਜ਼ਲਟ ਵੇਖ ਸਾਰੇ ਲਈਏ। ਰਿਜ਼ਲਟਸ ਵਿੱਚ ਹੀ ਗਰਲਸ ਜਿਹੜੀਆਂ ਉਹ ਜ਼ਿਆਦਾ ਉੱਪਰ ਆ ਔਰ ਰਹੀਆਂ ਸਿਰਫ ਇੱਕ ਹੈ। ਐਜੂਕੇਸ਼ਨ ਸੈਕਟਰ ਨਹੀਂ, ਹਰ ਸੈਕਟਰ ਦੇ ਵਿੱਚ ਅੱਗੇ ਜਾ ਰਹੀ ਹੈ, ਹਰ ਸੈਕਟਰ। ਔਰ ਮੁੰਡੇ ਤਾਂ ਇਹ ਵੀ ਕਹਿੰਦੇ ਕਿ ਜਿੰਨੇ ਡੇਜ਼ ਮਨਾਏ ਜਾਂਦੇ ਕੁੜੀਆਂ ਦੇ ਮਨਾਏ ਜਾਂਦੇ, ਮੁੰਡਿਆਂ ਦਾ ਡੇ ਕਿਹੜਾ ਮਨਾਉਂਦੇ। ਗੱਲ ਹੀ women empowerment ਦੀ ਹੈ, ਇਸ ਕਰਕੇ women ਦੇ ਰਿਗਾਰਡਿੰਗ ਡੇਜ਼ ਆ ਪਿਛਲਾ ਹਫਤਾ ਹੀ ਨਿਕਲਿਆ ਡਾਟਰਸ ਵੀਕ, Daughters ਸੋ Week। everybody is doing everything, wishing, giving them gifts, boosting their morale, so ਕਰ ਹੀ ਰਿਹਾ, ਹੌਲੀ ਹੌਲੀ ਇਵੋਲਵ ਹੋ ਰਹੀ ਹੈ ਸੋਸਾਇਟੀ। ਬਦਲ ਇੱਕ ਜਿਹੜੀ ਥੋੜੀ ਪ੍ਰੋਬਲਮ ਆਂਦੀ ਜਿਹੜੀ ਫਾਈਨੈਂਸ਼ੀਅਲ ਕੰਸਟ੍ਰੇਂਟਸ ਹੈ, ਬਹੁਤ ਸਾਰੀ ਸਾਡੀ ਜਿਹੜੀ ਪੋਪੂਲੇਸ਼ਨ ਦੇ ਡਿਊ ਟੂ ਫਾਈਨੈਂਸ਼ੀਅਲ ਕੰਸਟ੍ਰੇਂਟਸ ਉਹ ਆਪਣੇ ਮਤਲਬ ਬੇਟੀਆਂ ਨੂੰ ਭੇਜ ਨਹੀਂ ਸਕਦੇ ਪ੍ਰੋਪਰ ਐਜੂਕੇਸ਼ਨ, ਹਾਇਰ ਐਜੂਕੇਸ਼ਨ ਲਈ। ਇੱਕ ਉਹ ਵੀ ਬਹੁਤ ਵੱਡਾ ਕੰਸਟ੍ਰੇਂਟ ਹੈ। ਮੈਮ ਅਖੀਰ ਦੇ ਵਿੱਚ ਜਿਹੜੇ ਅੱਜ ਵੀ ਬੱਚੇ ਘਰਾਂ ਦੇ ਵਿੱਚ ਬੈਠੇ ਨੇ, ਕਹਿ ਸਕਦੇ ਨੇ ਜ਼ਿਆਦਾ ਤਾਦਾਦ ਨਹੀਂ ਹੈ, ਬਹੁਤ ਘੱਟ ਆ, ਤੁਸੀਂ ਉਹਨਾਂ ਬੱਚਿਆਂ ਨੂੰ ਜਾਂ ਮਾਪਿਆਂ ਨੂੰ ਕੀ ਸੰਦੇਸ਼ ਦਿਓਗੇ? ਮਾਪਿਆਂ ਨੂੰ ਸੰਦੇਸ਼ ਇਹ ਹੈ ਕਿ ਕੁੜੀ ਦੇ ਵਾਸਤੇ, ਇੱਕ ਬੱਚੀ ਦੇ ਵਾਸਤੇ ਮਾਂ-ਬਾਪ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਆ। ਔਰ ਮੇਰੀ ਹਰ ਮਾਂ-ਬਾਪ ਦੇ ਅੱਗੇ ਇੱਕ ਗੁਜ਼ਾਰਿਸ਼ ਹੈ ਕਿ ਆਪਣੀਆਂ ਬੱਚੀਆਂ ਨੂੰ ਪੜ੍ਹਾਓ। ਨੌਕਰੀ ਕਰਨਾ ਸੈਕੰਡਰੀ ਹੈ ਪਰ ਪੜ੍ਹਨਾ ਪ੍ਰਾਇਮਰੀ ਹੈ, ਬਹੁਤ ਹੀ ਜ਼ਰੂਰੀ ਹੈ। ਨਹੀਂ ਵੀ ਨੌਕਰੀ ਕਰੂਗੀ ਕੱਲ ਨੂੰ ਆਪਣੀ ਅੱਗੋਂ ਔਲਾਦ ਤਾਂ ਪੜਾਉਗੀ, ਉਹਦੇ ਲਈ ਤੇ ਕੋਈ ਜ਼ਿੰਦਗੀ ਪਲਾਨ ਕਰ ਸਕੂਗੀ। ਸੋ ਮੇਰੀਆਂ ਇਹ ਜ਼ਿੰਦਗੀ ਦਾ ਫੰਡਾ ਰਿਹਾ ਕਿ ਲੈਸ ਕੰਪਲੇਂਟਸ, ਮੋਰ ਪ੍ਰੋਡਕਟਿਵਿਟੀ, ਮੋਰ ਕੁਆਲਿਟੀ। ਸੋ ਪਲੀਜ਼ ਆਪਣੇ ਬੱਚਿਆਂ ਨੂੰ ਪੜਾਓ। ਔਰ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਫਾਈਨੈਂਸ਼ੀਅਲੀ ਨਹੀਂ ਕਰ ਸਕਦੇ, ਕੋਈ ਨਾ ਕੋਈ ਏਡ ਜ਼ਰੂਰ ਹੁੰਦੀ ਹੈ, ਤੁਹਾਡੀ ਹੈਲਪ ਵਾਸਤੇ ਜ਼ਰੂਰ ਹੁੰਦਾ। ਤੁਸੀਂ ਬੱਚੇ ਨੂੰ ਬਾਹਰ ਤਾਂ ਕੱਢੋ ਘਰੋਂ, ਪਹਿਲਾ ਕਦਮ ਇਹ ਚੱਕਣਗੇ, ਪਹਿਲਾ ਫਿਰ ਕਦਮ ਕਦਮ ਨਾ ਕਦਮ ਤੇ ਰਲ ਲਾਓ। ਜਾਂਦੇ ਹੋ। ਜ਼ਰੂਰ ਆਓ ਉਹਨਾਂ ਇੰਸਟੀਟਿਊਸ਼ਨਸ 'ਚ ਜਾਓ ਜਿੱਥੇ ਤਤਪਰ ਬੈਠੇ ਨੇ। ਸਾਡੇ ਕਾਲਜ ਆ ਤੇ ਮਿਸ਼ਨ ਹੀ ਇਹੀ ਸੀਗਾ, ਵਿਜ਼ਨ ਹੀ ਇਹੀ ਸੀਗਾ ਕਿ ਜਿਹੜੇ ਬੱਚੇ ਨਹੀਂ ਉਹ ਉੱਪਰਲੇ ਵਾਲੇ ਕਾਲਜਸ 'ਚ ਜਾ ਸਕਦੇ, ਉਹ ਸਾਡੇ ਕਾਲਜ ਆਉਣ ਔਰ ਅਸੀਂ ਉਹਨਾਂ ਨੂੰ ਪੜਾਵਾਂਗੇ। ਐਂਡ ਆਈ ਐਮ ਵੈਰੀ ਪ੍ਰਾਊਡ ਕਿ ਮੈਨੇਜਮੈਂਟ, ਪ੍ਰਿੰਸੀਪਲਸ, ਸਟਾਫ, ਈਵਨ ਬੱਚੇ ਇਸ ਗੱਲ ਲਈ ਕਮਿਟਡ ਆ ਕਿ ਅਸੀਂ ਬੱਚੀਆਂ ਨੂੰ ਪੜਾਉਣਾ ਹੈ ਔਰ ਡਟ ਕੇ ਪੜਾਉਣਾ ਹੈ ਔਰ ਸਮਾਜ ਵਿੱਚ ਉਹਨਾਂ ਨੂੰ ਉਹਨਾਂ ਦੀ ਪੈਰਾਂ ਤੇ ਖੜੇ ਇੰਪੋਰਟੈਂਸ ਦਾ ਪਤਾ ਹੋਣਾ ਪਤਾ ਚਾਹੀਦਾ। ਹੋਣਾ ਚਾਹੀਦਾ। ਸੋ ਦਿਸ ਇਜ਼ ਮਾਈ ਰਿਕੁਐਸਟ ਟੂ ਪੈਰੈਂਟਸ ਐਂਡ ਸੋਸਾਇਟੀ ਕਿ ਅੱਗੇ ਆਓ ਔਰ ਬੱਚਿਆਂ ਨੂੰ ਇਹ ਮੁੰਡਿਆਂ ਨੂੰ ਵੀ ਪੜਾਓ ਪਰ ਕੁੜੀਆਂ ਦੀ ਪੜ੍ਹਾਈ ਵੱਲ ਥੋੜਾ ਜ਼ਿਆਦਾ ਧਿਆਨ ਦਿਓ। ਇਹੀ ਸੰਦੇਸ਼ ਦੇਣਾ ਚਾਹਾਂਗੀ ਕਿ ਐਜੂਕੇਸ਼ਨ ਜਿਹੜਾ ਹੈ ਉਹ ਬੇਸਿਕ ਰਾਈਟ ਹੈ। ਸੋ ਉਸ ਬੇਸਿਕ ਰਾਈਟ ਤੋਂ ਕੁੜੀਆਂ ਨੂੰ ਵਾਂਝਾ ਨਾ ਰੱਖਿਆ ਜਾਵੇ। ਉਹਨਾਂ ਨੂੰ ਜ਼ਰੂਰ ਘਰੋਂ ਬਾਹਰ ਕੱਢੋ ਤੇ ਸਕੂਲਾਂ ਵਿੱਚ ਭੇਜੋ, ਕਾਲਜਾਂ 'ਚ ਭੇਜੋ, ਹਾਇਰ ਐਜੂਕੇਸ਼ਨ ਲਈ ਭੇਜੋ ਤਾਂ ਕਿ ਉਹਨਾਂ ਦੀ ਸੋਚ ਸ਼ਕਤੀ, ਸੋਚਣ ਦਾ ਨਜ਼ਰੀਆ ਉਹ ਬਦਲ ਸਕੇ। ਉਹ ਪੁਰਾਣੀ ਸੋਚ ਨੂੰ ਹਟਾ ਕੇ ਨਵੀਂ ਸੋਚ 'ਚ ਲਿਆਉਣ। ਤੇ ਇੱਕ ਹੋਰ ਗੱਲ ਜ਼ਰੂਰ ਕਹਿਣਾ ਚਾਹਾਂਗੀ ਮਾਪਿਆਂ ਨੂੰ ਕਿ ਮਾਤਾ ਪਿਤਾ ਭੇਦਭਾਵ ਨਾ ਕਰਨ ਲੜਕੇ ਤੇ ਲੜਕੀ ਵਿੱਚ। ਇਹ ਨਹੀਂ ਕਿ ਲੜਕੇ ਨੂੰ ਕੁਛ ਨਾ ਕਹਿਣ ਤੇ ਲੜਕੀ ਨੂੰ ਸਮਝਾਉਣ ਕਿ ਤੂੰ ਇਹ ਨਹੀਂ ਕਰਨਾ, ਤੂੰ ਇਹ ਕਰਨਾ, ਤੇਰੀ ਇਹ ਬਾਉਂਡਰੀਜ਼ ਹੈ, ਤੇਰੀ ਇਹ ਨਹੀਂ ਹੈ। ਉਸ ਤੋਂ ਇਲਾਵਾ ਲੜਕੇ ਨੂੰ ਵੀ ਨਾਲ ਹੀ ਸਮਝਾਉਣ ਕਿ ਤੂੰ ਵੀ ਇਹ ਨਹੀਂ ਕਰਨਾ, ਕਿਉਂਕਿ ਜ਼ਿਆਦਾਤਰ ਦੇਖਿਆ ਜਾਂਦਾ ਹੈ ਲੜਕੀਆਂ ਨੂੰ ਤੇ ਸਮਝਾਇਆ ਜਾਂਦਾ ਹੈ ਕਿ ਤੁਸੀਂ ਇਹ ਨਹੀਂ ਕਰਨਾ, ਤੁਸੀਂ ਇਹ ਕਰਨਾ ਹੈ, ਤੁਸੀਂ ਇੰਨਾ ਕਰਨਾ ਹੈ, ਲੇਕਿਨ ਲੜਕੀਆਂ ਨੂੰ ਨਹੀਂ ਸਮਝਾਇਆ ਜਾਂਦਾ। ਉਹ ਜ਼ਰੂਰੀ ਹੈ, ਲੜਕਿਆਂ ਨੂੰ ਵੀ ਸਮਝਾਉਣਾ ਹੈ, ਲੜਕਿਆਂ ਨੂੰ ਵੀ ਪੜ੍ਹਾਉਣਾ ਹੈ, ਲੜਕੀਆਂ ਨੂੰ ਵੀ ਪੜ੍ਹਾਉਣਾ ਹੈ। ਇਕੁਐਲਿਟੀ ਆਫ ਐਜੂਕੇਸ਼ਨ, ਇਕੁਐਲਿਟੀ ਆਫ ਐਵਰੀਥਿੰਗ ਇਜ਼ ਰਿਕੁਆਇਰਡ। ਸੋ ਜਿਵੇਂ ਮੈਡਮ ਨੇ ਪਹਿਲਾਂ ਹੀ ਸ਼ੁਰੂ ਕੀਤਾ ਸੀ, if you educate a man, you educate an individual, but if you educate a woman, you educate a family. So family ਲਈ benefit ਲਈ ਦੋਨਾਂ ਲਈ
ਪਰਵਰਿਸ਼ ਚੰਗੀ ਹੋਣੀ ਪਰਵਰਿਸ਼ ਚਾਹੀਦੀ। ਦੇਖੋ, ਜੇ ਅਸੀਂ ਇਸ ਸੰਸਾਰ ਵਿੱਚ, ਇਸ ਦੁਨੀਆ ਵਿੱਚ ਕੋਈ ਪੋਜ਼ਿਟਿਵ ਚੇਂਜ ਲਿਆਉਣਾ ਚਾਹੁੰਦੇ ਆ ਤੇ ਮੇਰੇ ਖਿਆਲ 'ਚ ਐਜੂਕੇਸ਼ਨ ਇਜ਼ ਦਾ ਮੋਸਟ ਇੰਪੋਰਟੈਂਟ ਟੂਲ ਜਿਹੜਾ ਅਸੀਂ ਯੂਜ਼ ਕਰ ਸਕਦੇ ਹਾਂ ਉਹ ਚੇਂਜ ਲਿਆਉਣ ਲਈ। ਬਟ ਉਹ ਸੰਸਾਰ ਵਿੱਚ ਚੇਂਜ ਲਿਆਉਣਾ, ਹਰ ਕੋਈ ਡਰ ਜਾਂਦਾ ਕਿ ਇੰਨੀ ਵੱਡੀ ਦੁਨੀਆ 'ਚ ਮੈਂ ਕਿਵੇਂ ਚੇਂਜ ਲਿਆ ਸਕਦਾ। ਫॉर दैट ਵੀ ਹੈਵ ਟੂ ਥਿੰਕ ਗਲੋਬਲੀ ਐਂਡ ਐਕਟ ਲੋਕਲੀ। ਸੋ ਆਪਣੇ ਲੋਕਲ ਲੈਵਲ ਤੇ ਹਰ ਇੰਡੀਵਿਜੂਅਲ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਐਫਰਟ ਕਰੇ ਕਿ ਫੀਮੇਲ ਐਜੂਕੇਸ਼ਨ ਨੂੰ ਪ੍ਰਮੋਟ ਕਰੇ, ਉਹਦੇ ਲਈ ਅਵੇਅਰਨੈਸ ਸਪਰੈਡ ਕਰੇ ਤੇ ਸਾਰੀਆਂ ਫੀਮੇਲਸ ਨੂੰ ਜਿਹੜੀ ਐਜੂਕੇਸ਼ਨ ਲੈਣ ਦੀ ਓਪਰਚੁਨਿਟੀਜ਼ ਮਿਲਣ। ਤੇ ਨਾਲ ਦੀ ਨਾਲ ਉਹੀ ਜਿਵੇਂ ਐਜੂਕੇਟਿਡ ਮਦਰ ਹੈ, ਉਹ ਆਪਣੇ ਬੱਚਿਆਂ ਨੂੰ ਵੈਦਰ ਮੇਲ ਔਰ ਫੀਮੇਲ ਦੋਨਾਂ ਨੂੰ ਜੋ ਅਪਰੋਪਰੀਏਟ ਗਾਈਡੈਂਸ ਇੰਸਟਰਕਸ਼ਨਸ ਦੀ ਲੋੜ ਹੈ ਉਹ ਦੇ। ਨਾਟ ਕਿ these are only for girls and these are only for boys, not that, whatever is the appropriate that should be done। ਐਜੂਕੇਸ਼ਨ ਦਾ ਕੋਈ ਸਬਸਟੀਟਿਊਟ ਨਹੀਂ ਹੈ। ਜਿਹੜੀ ਐਜੂਕੇਸ਼ਨ ਹੈ ਜ਼ਰੂਰੀ ਹੋਈ ਹੈ, ਉਸ ਤੋਂ ਜ਼ਰੂਰੀ ਕੁਝ ਨਹੀਂ ਹੈ। ਪੇਰੈਂਟਸ ਸੋਚ ਲੈਂਦੇ ਨੇ ਕੁੜੀ ਅਸੀਂ ਪੜ੍ਹਾਈਏ ਤੇ ਉਹਦੇ ਪਹਿਲੇ ਪੈਸੇ ਲੱਗ ਜਾਣਗੇ ਤੇ ਉਹਦੇ ਵਿਆਹ ਤੇ ਕੀ ਕਰਾਂਗੇ। ਉਹ ਵਾਲੀਆਂ ਚੀਜ਼ਾਂ ਨੂੰ ਉਹ ਛੱਡ ਦੇਣ ਕਿ ਜੇ ਕੁੜੀ ਪੜ੍ਹੀ ਹੋਏਗੀ, ਪੈਰਾਂ ਤੇ ਖੜੀ ਹੋਏਗੀ, ਉਹਦੇ ਵਿਆਹ ਤੇ ਤੁਹਾਨੂੰ ਖਰਚ ਕਰਨ ਦੀ ਲੋੜ ਨਹੀਂ, ਤੁਸੀਂ ਉਹੀ ਪੈਸੇ ਉਹਦੀ ਪੜ੍ਹਾਈ ਤੇ ਖਰਚ ਕਰੋ। ਕਿ ਕੋਈ ਚੀਜ਼ ਨੂੰ ਪੜ੍ਹਾਈ ਦਾ ਸਬਸਟੀਟਿਊਟ ਨਾ ਸੋਚੋ ਕਿ ਪੈਸੇ ਹੈਗੇ ਨੇ ਤੇ ਪੜ੍ਹਾਉਣ ਦੀ ਲੋੜ ਨਹੀਂ, ਜਾਂ ਕੋਈ ਵੀ ਹੋਰ ਚੀਜ਼ ਹੈ ਕਿ ਅਸੀਂ ਇਹ ਚੀਜ਼ ਹੈ ਤੇ ਇਸ ਲਈ ਪੜ੍ਹਨ ਦੀ ਲੋੜ ਨਹੀਂ। ਪੜ੍ਹਾਈ ਦਾ ਕੋਈ ਵੀ ਸਬਸਟੀਟਿਊਟ ਨਹੀਂ ਹੈ। ਪੜ੍ਹਾਈ ਤੇ ਬਿਲਕੁਲ ਬੇਸਿਕ ਰਾਈਟ ਹੈ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਗੇ ਵਧਣ ਲਈ। ਇਹ ਸੀਗੇ ਅੱਜ ਦੇ ਵਿਚਾਰ ਵਟਾਂਦਰੇ। ਸਾਡੇ ਜਿਹੜੇ ਮਹਿਮਾਨ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਪੜ੍ਹਾਉਣ ਦੇ ਤਜਰਬੇ 'ਚੋਂ ਕਿਸੇ ਦਾ 30 ਸਾਲ ਦਾ, ਕਿਸੇ ਦਾ 38 ਸਾਲ ਦਾ, ਕਿਸੇ ਦਾ 17 ਸਾਲ ਦਾ, ਉਹਦਾ ਨਿਚੋੜ ਕੱਢ ਕੇ ਹੀ ਸਾਡੇ ਸਾਹਮਣੇ ਰੱਖਿਆ। ਅਸੀਂ ਆਸ ਕਰਦੇ ਹਾਂ ਕਿ ਸਾਡੇ ਸਰੋਤੇ ਜਿਹੜੇ ਵੀ ਇਸ ਚੈਨਲ ਨੂੰ ਵੇਖਦੇ ਤੇ ਸੁਣਦੇ ਨੇ, ਉਹ ਇਹ ਮੈਸੇਜ ਦੂਰ ਤੱਕ ਜ਼ਰੂਰ ਪਹੁੰਚਾਉਣਗੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ।